ਜਿਹੜੇ ਬਾਹਰੋਂ ਆਉਂਦੇ ਆ ਮਜ਼ਦੂਰ ਉਹਨਾਂ ਨੇ ਝੋਨਾ ਰੋਪਣਾ ਹੁੰਦਾ ਲਾਉਣਾ ਹੁੰਦਾ ਉਹ ਨਾ ਕਰ ਰਹੇ ਕਹਿੰਦੇ ਸਾਡੇ ਕੋਲ ਇਹੋ ਜਿਹੀ ਜਗ੍ਹਾ ਦੇ ਵਿੱਚ ਝੋਨਾ ਨਹੀਂ ਲਾਇਆ ਜਾ ਸਕਦਾ ਕੱਲ੍ਹ ਨੂੰ ਤੁਸੀਂ ਸਾਡੇ ਪੈਸੇ ਕੱਟੋਗੇ ਸਾਨੂੰ ਤੰਗ ਕਰੋਗੇ ਜ਼ਮੀਨ ਹੀ ਝੋਨਾ ਲਾਉਣ ਦੇ ਲਾਇਕ ਨਹੀਂ ਰਹੀ। ਪ੍ਰਧਾਨ ਮੰਤਰੀ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਮਣੀਪੁਰ ਦੇ ਮੁੱਦੇ ਤੇ ਤੁਸੀਂ ਆ ਕੇ ਬੋਲੋ। ਨਾਗਵਾਲ ਪਾਇਆ ਪ੍ਰਧਾਨ ਮੰਤਰੀ ਨੂੰ ਉਹਦੇ ਚ ਮੈਨੂੰ ਲੱਗਦਾ ਕਿ ਵਿਰੋਧੀ ਪਾਰਟੀ ਮਨ ਕੀ ਬਾਤ ਕਰਨੀ ਪੈਣੀ ਮਨ ਕੀ ਨਹੀਂ ਖੁੱਲ ਕੇ ਦਿਲ ਦੀ ਵੀ ਤੇ ਮਨ ਦੀ ਵੀ ਦੋਵਾਂ ਦੀ ਰਲਾ ਕੇ ਉੱਥੇ ਕਰਨਾ ਪੈਣਾ। ਲੋਕਾਂ ਨੇ ਘੇਰ ਕੇ ਪਾਰਲੀਮੈਂਟ ਦੇ ਅੰਦਰ ਪ੍ਰਧਾਨ ਮੰਤਰੀ ਨੂੰ ਖੜਾ ਕਰਨਾ ਹੀ ਕਰਨਾ। ਉਹ ਛੁਪ ਕੇ ਬੈਠ ਨਹੀਂ ਸਕਦੇ। ਸਾਰਾ ਦੇਸ਼ ਜਿਹੜਾ ਇਸ ਗੱਲ ਦੀ ਨਮੋਸ਼ੀ 'ਚ ਆ, ਸਾਰੀ ਦੁਨੀਆ 'ਚ ਥੂ ਥੂ ਹੋ ਰਹੀ ਹੈ। ਇਹ ਬੰਦਿਆਂ ਨੂੰ ਕੀ ਸੋਚਦਾ ਇਹ ਦੂਜਿਆਂ ਨੂੰ ਆਦੀਵਾਸੀਆਂ ਨੂੰ ਉੱਥੇ ਲੋਕਾਂ ਨੂੰ ਜਿਹੜੇ ਮਾਰਜਨ ਤੇ ਹੈ ਬੰਦੇ ਸਮਝਦੇ ਕਿ ਨਹੀਂ ਸਮਝਦੇ। ਲੋਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ, ਫੌਜੀਆਂ ਨੂੰ ਵੀ ਸਮਝ ਲੈਣਾ ਚਾਹੀਦਾ। ਮਤ ਕਰੋ ਇਹ, ਨਹੀਂ ਤੇ ਉਹ ਤੁਹਾਨੂੰ ਲੋਹੇ ਦੇ ਚਨੇ ਚਬਾ ਦੇਣਗੇ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਅੱਜ ਫੇਰ ਹਾਜ਼ਰ ਹਾਂ ਪ੍ਰੋਗਰਾਮ ਭਗਤ ਦੇ ਮਸਲੇ ਲੈ ਕੇ। ਸਾਡੇ ਨਾਲ ਅੱਜ ਚਰਚਾ ਕਰਨਗੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਆਪਾਂ ਦੇਖੀਏ ਕਿ ਪਿਛਲੇ ਦਿਨਾਂ ਤੋਂ ਜਦੋਂ ਤੋਂ ਇਹ ਮੀਂਹ ਦਾ ਬਰਸਾਤਾਂ ਦੇ ਮੌਸਮ ਸ਼ੁਰੂ ਹੋਏ ਨੇ, ਹੜ੍ਹਾਂ ਦੇ ਹਾਲਾਤ ਨੇ ਜਿਹੜੇ ਉਹਨਾਂ ਦੇ ਉੱਤੇ ਜਿਵੇਂ ਕਈ ਚੀਜ਼ਾਂ ਬੰਦ ਪਈਆਂ ਸੀ। ਪਿਛਲੇ ਦਿਨਾਂ ਤੋਂ ਕਰਤਾਰਪੁਰ ਲਾਂਘਾ ਸੀ ਜਿਹੜਾ ਉਹ ਬੰਦ ਪਿਆ ਸੀ, 5 ਦਿਨਾਂ ਤੋਂ ਬੰਦ ਪਿਆ ਸੀ ਤੇ ਅੱਜ ਉਹ ਵੀ ਖੁੱਲ੍ਹ ਗਿਆ ਹੈ। ਤੇ ਨਾਲ ਦੀ ਨਾਲ ਹੀ ਪ੍ਰੋਫੈਸਰ ਸਾਹਿਬ ਇਸ ਤੋਂ ਇਲਾਵਾ ਜਿਵੇਂ ਕੁੱਲੂ ਦੇ ਵਿੱਚ ਬੱਦਲ ਫਟਣ ਕਾਰਨ ਪੁਲਾਂ ਦਾ ਨੁਕਸਾਨ ਹੋਇਆ, ਹੋਰ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ। ਤੇ ਹੁਣ ਮੌਜੂਦਾ ਪੰਜਾਬ ਦੇ ਵਿੱਚ ਹਾਲਾਤ ਕੀ ਨੇ ਪ੍ਰੋਫੈਸਰ? ਦੇਖੋ, ਪੰਜਾਬ ਦੇ ਹਾਲਾਤ ਤੇ ਹਿਮਾਚਲ ਦੇ ਨਾਲ ਜੁੜੇ ਹੋਏ ਆ। ਜਦੋਂ ਹਿਮਾਚਲ 'ਚ ਜ਼ਿਆਦਾ ਮੀਂਹ ਪੈ ਜਾਂਦਾ ਉੱਥੋਂ ਹੀ ਸਾਰੇ ਦਰਿਆ ਜਿਹੜੇ ਉਸੇ ਪਾਸਿਓਂ ਹੀ ਆਉਂਦੇ, ਕੋਈ ਜੰਮੂ 'ਚ ਆਉਂਦੇ ਆ, ਕੁਝ ਹਿਮਾਚਲ 'ਚ ਆਉਂਦੇ ਆ, ਤੇ ਉਹ ਸਿੱਧਾ ਅਸਰ ਸਾਡੇ ਜਿਹੜੇ ਡੈਮ ਤੋਂ ਪਾਣੀ ਰਿਲੀਜ਼ ਕਰਨਾ ਪੈਂਦਾ ਉਹਦੇ 'ਚ ਵੀ ਅਸਰ ਕਰਦੇ ਆ, ਤੇ ਸਿੱਧਾ ਜਿਹੜਾ ਬਾਕੀ ਪਾਣੀ ਵਾਧੂ ਓਵਰਫਲੋ ਹੋ ਕੇ ਦਰਿਆਵਾਂ 'ਚ ਜਾ ਰਿਹਾ ਉਹਨਾਂ ਨੇ ਵੀ ਕਾਫੀ ਉਹ ਨੁਕਸਾਨ ਕਰ ਰਹੇ ਆ। ਕਈ ਜਗ੍ਹਾ ਔਰੇਂਜ ਅਲਰਟ ਅੱਜ ਵੀ ਹੈਗਾ ਹਿਮਾਚਲ ਦੇ ਵਿੱਚ। ਪੰਜਾਬ ਦੇ ਵਿੱਚ ਵੀ ਹਾਲਾਤ ਕੋਈ ਬਹੁਤੇ ਸੁਧਰੇ ਨਹੀਂ ਹੈ। 2-3 ਜਗ੍ਹਾ ਕਾਫੀ ਮਾਰ, ਕੁਛ ਤੇ ਰੋਪੜ ਦੇ ਏਰੀਏ 'ਚ, ਕੁਛ ਉੱਧਰ ਤਰਨਤਾਰਨ ਦੇ ਏਰੀਏ ਦੇ ਵਿੱਚ, ਲੋਹੀਆਂ ਦੇ ਏਰੀਏ 'ਚ ਜਿਹੜਾ ਜਲੰਧਰ ਨਕੋਦਰ ਦਾ ਏਰੀਆ ਪੈਂਦਾ, ਜਿੱਥੇ ਜਿੱਥੇ ਸਤਲੁਜ ਤੇ ਬਿਆਸ ਦੀ ਜਿਹੜੀ ਮਾਰ ਪੈ ਰਹੀ ਆ, ਇੱਧਰ ਘੱਗਰ ਦੀ ਮਾਰ ਪੈ ਰਹੀ ਆ। ਹਾਲਾਤ ਇਹ ਬਣੇ ਆ ਜਦੋਂ ਪਾਣੀ ਥੋੜ੍ਹਾ ਥੱਲੇ ਗਿਆ ਤੇ ਕਿਸਾਨ ਗਏ ਘੱਗਰ ਦੇ ਏਰੀਏ 'ਚ, ਪਟਿਆਲੇ ਦੇ ਏਰੀਏ 'ਚ ਦੇਖਣ ਵੀ ਹੁਣ ਆਪਾਂ ਦੁਬਾਰਾ ਹੀ ਝੋਨਾ ਲਾ ਲੈਂਦੇ ਹਾਂ। ਉਹਨਾਂ ਦੇ ਹੈਰਾਨੀ ਹੋਈ ਉਹਨਾਂ ਨੂੰ ਕਿ 3-3 ਫੁੱਟ ਉੱਚੀ ਰੇਤ ਜਿਹੜੀ ਆ ਘੱਗਰ ਨੇ ਚੁੱਕ ਕੇ ਖੇਤਾਂ 'ਚ ਸੁੱਟਤੀ ਹੈ। ਇਹ ਹੁਣ ਇੱਕ ਨਵਾਂ ਕੰਮ ਉਹਨਾਂ ਨੂੰ ਪੈ ਗਿਆ। ਉਹ ਪਹਿਲਾਂ ਤਾਂ ਖੇਤ ਉੱਥੋਂ ਜਿਹੜੇ ਸਾਫ਼ ਕਰ ਰਹੇ ਆ, ਰੇਤ ਨੂੰ ਇੱਕ ਪਾਸੇ ਹਟਾ ਰਹੇ ਆ, ਤਾਂ ਹੀ ਤਾਂ ਥੱਲਿਓਂ ਮਿੱਟੀ ਦੇ ਵਿੱਚ ਝੋਨੇ ਦੀਆਂ ਜੜ੍ਹਾਂ ਲੱਗਣਗੀਆਂ। ਦੂਜੇ ਪਾਸੇ ਉਹਨਾਂ ਨੂੰ ਇੱਕ ਨਵੀਂ ਦਿੱਕਤ ਇਹ ਆ ਗਈ ਹੈ ਕਿ ਜਿਹੜੇ ਲੇਬਰਰ ਆ, ਮਾਈਗਰੈਂਟ ਲੇਬਰਰ, ਜਿਨ੍ਹਾਂ ਨੇ ਜਿਹੜੇ ਬਾਹਰੋਂ ਆਉਂਦੇ ਆ ਮਜ਼ਦੂਰ, ਉਹਨਾਂ ਨੇ ਝੋਨਾ ਰੋਪਣਾ ਹੁੰਦਾ ਲਾਉਣਾ ਹੁੰਦਾ, ਉਹ ਨਾ ਕਰ ਰਹੇ ਕਹਿੰਦੇ ਸਾਡੇ ਕੋਲ ਇਹੋ ਜਿਹੀ ਜਗ੍ਹਾ ਦੇ ਵਿੱਚ ਝੋਨਾ ਨਹੀਂ ਲਾਇਆ ਜਾ ਸਕਦਾ ਕੱਲ੍ਹ ਨੂੰ ਤੁਸੀਂ ਸਾਡੇ ਪੈਸੇ ਕੱਟੋਗੇ ਸਾਨੂੰ ਤੰਗ ਕਰੋਗੇ ਜ਼ਮੀਨ ਹੀ ਝੋਨਾ ਲਾਉਣ ਦੇ ਲਾਇਕ ਨਹੀਂ ਰਹੀ। ਹੁਣੇ ਮੈਂ ਇੱਕ ਹੋਰ ਖਬਰ ਵੀ ਪੜ੍ਹੀ ਹੈ ਕਿ 70 ਲੱਖ ਟਨ ਝੋਨਾ ਤੇ ਇੰਨੀ ਕੀ ਕਣਕ ਸਟੋਰਾਂ ਦੇ ਵਿੱਚ ਪਈ ਹੋਈ ਹੈ। ਗੋਡਾਊਨਾਂ ਦੇ ਵਿੱਚ, ਸਟੋਰਾਂ ਦਾ ਮਤਲਬ ਵੱਡੇ ਗੋਡਾਊਨ ਹੈ, FCI ਦੇ ਵੀ ਆ, ਹੋਰ ਦੇ ਆ, ਮਾਰਕਫੈਡ ਦੇ ਆ, ਉਹ ਸਾਰਿਆਂ ਦੇ। ਹੁਣ ਉੱਥੇ ਇੱਕ ਵੱਡਾ ਖਤਰਾ ਪੈਦਾ ਹੋਇਆ ਕਿ ਜੇ ਉੱਥੇ ਸੈਲਾਬ ਜਾਂ ਪਾਣੀ ਜਾਂ ਜੋ ਵੀ ਜਾ ਰਿਹਾ ਕਿ ਉਹਨਾਂ 'ਚੋਂ ਅਨਾਜ ਕਿੰਨਾ ਕੁ ਖਰਾਬ ਹੋ ਜੂ। ਅਜੇ ਅਸੈਸਮੈਂਟ ਲੱਗ ਰਹੀ ਹੈ। ਜੇ ਉਹ ਉਸ ਜਿੱਥੇ ਹੜ੍ਹਾਂ ਦੀ ਮਾਰ ਦਾ ਏਰੀਆ ਉੱਥੇ ਪਾਣੀ ਜਾ ਰਿਹਾ ਤੇ ਅਨਾਜ ਨੂੰ ਵੀ ਖਤਰਾ ਆ, ਕਿਉਂਕਿ ਅੱਗੇ ਤਾਂ ਵੱਡਾ ਅਨਾਜ, ਵੱਡਾ ਹਿੱਸਾ ਉਹਦਾ ਓਪਨ ਸਟੈਕਸ ਦੇ ਉੱਤੇ ਹੁੰਦਾ ਸੀਗਾ। ਮੰਡੀਆਂ 'ਚ ਉਂਝ ਹੀ ਉੱਤੇ ਤਰਪਾਲ ਜੀ ਪਾ ਕੇ ਤੋਤੇ ਖਾਈ ਜਾਂਦੇ, ਕਬੂਤਰ ਚਿੜੀਆਂ ਖਾਈ ਜਾਂਦੇ। ਚਲੋ ਉਨੇ ਕੁ ਨਾਲ ਤੇ ਕੋਈ ਅਨਾਜ ਨਹੀਂ ਘਟਦਾ, ਉਹ ਤੇ ਖਾਣੇ ਵੀ ਚਾਹੀਦੇ ਹੁੰਦੇ ਨੇ, ਪਰ ਅਨਾਜ ਖਰਾਬ ਬਹੁਤ ਹੁੰਦਾ ਸੀ। ਕਈ ਵਾਰੀ 16 ਸਪਰੇ, 15 ਸਪਰੇ, ਤੇ ਉਹ ਜਾਣੀ ਡੰਗਰਾਂ ਦੇ ਖਾਣ ਦੇ ਵੀ ਲਾਇਕ ਨਹੀਂ ਸੀ ਰਹਿੰਦਾ। ਸਾਡੀ ਨਲਾਇਕੀ ਵੀ ਬਹੁਤ ਹੈ। ਅਨਾਜ ਨੂੰ ਪੈਦਾ ਕਰਨਾ ਇੱਕ ਗੱਲ ਆ, ਉਹਨੂੰ ਸਾਂਭ ਸੰਭਾਲਣਾ ਸਾਡੀ ਵੇਸਟੇਜ ਪਹਿਲਾਂ ਹੀ ਬਹੁਤ ਆ। ਔਰ ਜੇ ਇਹੋ ਜਿਹੀ ਹੋਰ ਹੜ੍ਹਾਂ ਦੇ ਕਰਕੇ ਖਰਾਬੀ ਕਰਕੇ ਕੁਝ ਆਈ, ਇਹ ਅਨਾਜ ਦਾ ਦੁਨੀਆ ਦੇ ਵਿੱਚ ਪਹਿਲਾਂ ਹੀ ਕਮੀ ਹੈਗੀ ਹੈ ਗੁਰਦੀਪ। ਤੇ ਉੱਥੇ ਤੁਸੀਂ ਇਸ ਕਰਕੇ ਕਹਿ ਰਹੇ ਹਾਂ ਕਿ ਜਿੱਥੇ ਉੜੀਸਾ ਜਿਹੜੀ ਬੰਦਰਗਾਹ ਜਿੱਥੋਂ ਅਨਾਜ ਜਾਣਾ
ਯੂਕਰੇਨ ਦਾ ਉਹ ਰਸ਼ੀਆ ਦੇ ਟਾਰਗੇਟ ਥੱਲੇ ਆ, ਕਿਉਂਕਿ ਉਹਨਾਂ ਨੇ ਉਹਨਾਂ ਦੇ ਇੱਕ ਲੰਬਾ ਬ੍ਰਿਜ ਆ ਜਿਹਦੇ ਤੇ ਅਟੈਕ ਕੀਤਾ ਸੀ। ਉਦੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜਾ ਸਾਡਾ ਪੁਰਾਣਾ UN ਦੇ ਨਾਲ ਸਮਝੌਤਾ ਅਨਾਜ ਵਾਲਾ ਕਿ ਅਨਾਜ ਨੂੰ ਬਲੈਕ ਸੀ ਦੇ ਰਾਹੀਂ ਸੇਫ ਜਾਣ ਦਿਆਂਗੇ, ਉਹ ਸਾਡਾ ਸਮਝੌਤਾ ਖਤਮ, ਅਸੀਂ ਤੇ ਆਮਣੇ ਸਾਹਮਣੇ ਲੜਾਈਆਂ ਕਰਾਂਗੇ, ਦੇਖਦੇ ਹਾਂ ਕਿਹੜਾ ਕਿਤਨਾ ਕਿਹਦੇ ਬਾਜੂ ਮਤਲਬ ਜਿਹੜਾ ਤਾਕਤ ਦਮ ਹੈਗਾ, ਉਸ ਕਿਸਮ ਦੀ ਤਾਕਤ ਅਜਮਾਈ। ਅਫਸੋਸ ਵਾਲੀ ਗੱਲ ਹੈ, ਇਹ ਕੋਈ ਬਹੁਤ ਚੰਗੀ ਗੱਲ ਨਹੀਂ ਹੈ। ਵਾਰ ਦੇ ਵਿੱਚ ਸ਼ਹਿਰਾਂ ਦਾ, ਪਿੰਡਾਂ ਦਾ, ਜ਼ਮੀਨ ਦਾ, ਵਾਤਾਵਰਨ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਆ, ਔਰ ਜਾਨੀ ਮਾਲ ਜਿਹੜਾ ਜਾਨੀ ਨੁਕਸਾਨ ਉਹ ਤੇ ਹੈ ਹੀ ਆ। ਬਾਕੀ ਵੀ ਜਿੰਨੀ ਡਿਸਲੋਕੇਸ਼ਨ ਹੋ ਜਾਂਦੀ ਹੈ ਵੱਡੇ ਪੱਧਰ ਤੇ, ਵਾਰ ਤੇ ਛੇਤੀ ਤੋਂ ਛੇਤੀ ਖਤਮ ਹੋਣੀ ਚਾਹੀਦੀ ਹੈ। ਪਰ ਸ਼ਕਤੀਆਂ ਜਦੋਂ ਆਮਣੇ ਸਾਹਮਣੇ ਆਪਣਾ, ਕਿਉਂਕਿ ਇਹ ਇਕੱਲਾ ਯੂਕਰੇਨ ਹੀ ਹੈ ਨਾ, ਦੂਸਰੇ ਪਾਸੇ ਸਾਰਾ ਲੱਗੇ ਹੈ, ਇਸ ਲਈ ਜਦੋਂ ਅਨਾਜ ਦੀ ਇੰਨੀ ਕਮੀ ਪਹਿਲਾਂ ਹੀ ਉੱਥੇ ਹੈ, ਮੈਂ ਕਹਿਣ ਦਾ ਮਤਲਬ, ਔਰ ਉਹ ਕੋਈ ਛੇਤੀ ਛੇਤੀ ਉਹਦਾ ਹੱਲ ਨਜ਼ਰ ਆਉਂਦਾ ਨਹੀਂ। ਤੇ ਜੇ ਇੰਡੀਆ ਇੱਕ ਵੱਡਾ ਅਨਾਜ ਸਾਡੇ ਕੋਲ ਅਨਾਜ ਦਾ ਸੋਰਸ ਹੈਗਾ, ਸੈਂਟਰਲ ਏਸ਼ੀਆ ਵੀ ਵੈਸੇ ਤੇ ਹੈਗੇ ਉੱਥੇ ਵੀ, ਹੁਣ ਇਹ ਕੀ ਬਣੂਗਾ ਪਤਾ ਨਹੀਂ ਹੈ। ਇਸ ਲਈ ਸਾਨੂੰ ਹੜ੍ਹਾਂ ਦੇ ਕਰਕੇ ਆਪਣੇ ਅਨਾਜ ਨੂੰ ਇਹਨਾਂ ਅੰਤਰਰਾਸ਼ਟਰੀ ਹਾਲਾਤਾਂ 'ਤੇ, ਜਿੱਥੇ ਪਹਿਲੇ ਅਨਾਜ ਦੀ ਕਮੀ ਤੇ ਸਾਰੇ ਯੂਰਪ 'ਚ ਬਹੁਤ ਜ਼ਿਆਦਾ ਕੀਮਤਾਂ ਚੜ੍ਹੀਆਂ ਹੋਣ, ਸਾਨੂੰ ਇੱਕ ਇੱਕ ਦਾਣਾ ਚੌਲ ਹੋਵੇ ਜਾਂ ਕਣਕ ਹੋਵੇ ਜਾਂ ਮੋਟਾ ਅਨਾਜ ਹੋਵੇ ਜਿਵੇਂ ਬਾਜਰਾ, ਰਾਗੀ, ਹੋਰ ਸਾਰਾ, ਇਹਦੀ ਸਾਂਭ ਸੰਭਾਲ ਕਰਨੀ ਇਹਨਾਂ ਹਾਲਾਤਾਂ 'ਚ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਹੜ੍ਹਾਂ ਦਾ ਜਿਹੜਾ ਸਕੂਲਾਂ ਦਾ, ਕਾਲਜਾਂ ਦਾ, ਬੱਚਿਆਂ ਦਾ ਜਾਣ ਦਾ, ਇਸ ਕਿਸਮ ਦਾ ਵੀ ਸਾਰਾ ਨਾਲੋਂ ਨਾਲ ਨੁਕਸਾਨ ਹੋ ਰਿਹਾ। ਇਸ ਵੇਲੇ ਖਬਰ ਇਹ ਹੈ ਕਿ ਅਲੱਗ-ਅਲੱਗ ਜ਼ਿਲ੍ਹਿਆਂ 'ਚ 19 ਜ਼ਿਲ੍ਹੇ ਆ ਜਿੱਥੇ, ਸਾਡੇ 23 ਜ਼ਿਲ੍ਹੇ ਆ ਟੋਟਲ, ਮਲੇਰਕੋਟਲਾ ਮੇਰਾ ਖਿਆਲ ਲੇਟੈਸਟ ਜ਼ਿਲ੍ਹਾ ਬਣਿਆ ਆ, ਤੇ 19 ਜ਼ਿਲ੍ਹੇ ਦੇ ਵਿੱਚ ਬਹੁਤ ਮਾੜਾ ਅਸਰ ਪਿਆ, ਕਿਸੇ ਸੇ ਘੱਟ ਕਿਤੇ ਜ਼ਿਆਦਾ, ਪਰ ਉਹ ਫਲੱਡ ਦਾ ਉੱਥੇ ਅਸਰ ਹੈਗਾ। ਕਿੰਨੇ ਹਜ਼ਾਰ ਹੈਕਟੇਅਰ, ਕਿੰਨੇ ਲੱਖ ਹੈਕਟੇਅਰ ਜਿਹੜੀ ਆ ਅਜੇ ਜ਼ਮੀਨ ਸਾਡੀ ਖਰਾਬ ਹੋਈ ਆ, ਉਹਦੀ ਅਸੈਸਮੈਂਟ ਲੱਗ ਰਹੀ ਆ, ਪਰ ਕਾਫੀ ਇਹਨਾਂ ਜ਼ਿਲ੍ਹਿਆਂ 'ਚ ਅਸਰ ਪਿਆ ਫਸਲਾਂ ਦਾ ਵੀ ਤੇ ਜ਼ਮੀਨ ਦਾ ਖਰਾਬ ਹੋਣਾ, ਸੜਕਾਂ ਦਾ ਖਰਾਬ ਹੋਣਾ, ਜਿਵੇਂ ਅਸੀਂ ਰੋਜ਼ ਗੱਲ ਕਰਦੇ ਹੀ ਹਾਂ। 1616 ਲੋਕ, 41 ਲੋਕਾਂ ਦੀ ਡੈਥ ਹੋ ਚੁੱਕੀ ਹੁਣ ਪੰਜਾਬ ਦੇ ਅੰਦਰ ਜੀ, ਫਲੱਡ ਕਰਕੇ ਹੜ੍ਹਾਂ ਕਰਕੇ, ਔਰ 1616 ਲੋਕ ਜਿਹੜੇ ਘਰਾਂ ਤੋਂ ਛੱਡ ਕੇ ਫਲੱਡ ਦੇ ਕਾਰਨ, ਹੜ੍ਹਾਂ ਦੇ ਕਾਰਨ, ਉਹ ਹੁਣ ਕੈਂਪਾਂ 'ਚ ਰਹਿ ਰਹੇ। 700 ਤੋਂ ਵੱਧ ਛੋਟੇ ਵੱਡੇ ਕੈਂਪ ਉਹਨਾਂ 'ਚ ਗੁਜ਼ਾਰਾ ਕਰ ਰਹੇ, ਸ਼ੈਲਟਰ ਮਿਲੀ ਹੋਈ। ਤੇ ਮੈਨੂੰ ਲੱਗਦਾ ਕਿ ਇਹ ਭਗਵੰਤ ਮਾਨ ਸਰਕਾਰ ਲਈ ਇਹ ਇੱਕ ਇਸ ਵੇਲੇ ਉਹਨਾਂ ਦੀ ਸਰਕਾਰ ਦੀ ਸਭ ਤੋਂ ਵੱਡੀ, ਸਭ ਤੋਂ ਅਹਿਮ ਚੁਣੌਤੀ ਹੈਗੀ ਆ, ਤੇ ਉਹਨਾਂ ਦੀ ਸਰਕਾਰ ਨੂੰ ਪੂਰਾ ਇੱਧਰ ਧਿਆਨ ਦੇਣਾ ਚਾਹੀਦਾ। ਪ੍ਰੋਫੈਸਰ, ਆਪਾਂ ਪਹਿਲਾਂ ਵੀ ਇਹ ਗੱਲ ਕਰ ਚੁੱਕੇ ਹਾਂ ਤੇ ਅੱਜ ਫੇਰ ਇਹੀ ਆਪਾਂ ਦੁਹਰਾਵਾਂਗੇ ਕਿ ਜਿਵੇਂ CM ਸਾਹਿਬ, ਜਿਵੇਂ ਪੰਜਾਬ 'ਚ ਤਾਂ ਹਾਲਾਤ ਜਿਹੜੇ ਨੇ ਹੜ੍ਹਾਂ ਵਾਲੇ ਹਾਲਾਤ, ਹੜ੍ਹ ਆ ਵੀ ਚੁੱਕੇ ਨੇ, ਲਗਭਗ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਨੇ, ਤੁਸੀਂ ਦੱਸਿਆ। ਇਸ ਦੇ ਬਾਵਜੂਦ ਵੀ ਜਿਹੜੇ CM ਸਾਹਿਬ ਨੇ ਉਹ ਫੇਰ ਵੀ ਉਹੀ ਜਿਹੜੀ ਆ ਗਵਰਨਰ ਨਾਲ ਹੋ ਗਿਆ, ਕਦੇ ਵਿਰੋਧੀ ਧਿਰਾਂ ਦੇ ਨਾਲ ਜਿਹੜੀ ਫਰੈਂਡਲੀ ਮੈਚ ਖੇਡ ਰਹੇ ਨੇ। ਹੁਣ ਉਹਨਾਂ ਨੇ ਫੇਰ ਇੱਕ ਇੰਟਰਵੈਂਸ਼ਨ ਕੀਤੀ ਹੈ, ਕਿਹੜਾ ਆਨੰਦ ਮੈਰਿਜ ਐਕਟ ਆ। ਆਨੰਦ ਮੈਰਿਜ ਐਕਟ ਉਹ ਵੀ ਰਿਲੀਜੀਅਸ ਮਸਲਾ ਹੈਗਾ, ਉਹਦੇ ਲਈ ਅਗਰ ਰਿਕਮੈਂਡੇਸ਼ਨਾਂ ਦੇਣੀਆਂ ਪੈਣ, ਉਹਦੀ ਅਮੈਂਡਮੈਂਟ ਵਾਸਤੇ ਪਹਿਲਾਂ SGPC ਨੂੰ ਜਿਹੜਾ ਆਪਣਾ ਮਤਾ ਪਾਸ ਕਰਨਾ ਪਊਗਾ। ਉਹਦੇ ਵਿੱਚ ਵੀ ਭਗਵੰਤ ਮਾਨ ਸਰਕਾਰ ਨੇ ਉਹਦੇ 'ਚ ਅਮੈਂਡਮੈਂਟ ਕਰਨ ਦੇ ਲਈ ਆਪਣਾ ਇੱਕ ਪ੍ਰਸਤਾਵ ਲੈ ਕੇ ਆਂਦਾ, ਵਿਰੋਧੀ ਧਿਰਾਂ ਨੇ ਵੀ ਉਹਦਾ ਵਿਰੋਧ ਕੀਤਾ। ਪ੍ਰੋਫੈਸਰ ਸਾਹਿਬ, ਕਿੱਥੋਂ ਤੱਕ ਜਾਇਜ਼ ਆ ਜੀ? ਨਹੀਂ, ਸੁਖਬੀਰ ਬਾਦਲ ਨੇ ਤਾਂ ਬਹੁਤ ਹੀ ਤਾਬੜਤੋੜ ਹਮਲਾ ਕੀਤਾ। ਅੱਜ ਇੱਕ ਨੈਸ਼ਨਲ ਇੰਗਲਿਸ਼ ਡੇਲੀ ਦੇ ਵਿੱਚ ਮੈਂ ਦੇਖ ਰਿਹਾ ਸੀਗਾ, ਅੱਧਾ ਪੇਜ ਉਹਨਾਂ ਨੇ ਉਹਦੇ ਹਮਲੇ ਨਾਲ ਹੀ ਭਰਿਆ ਸੀ, ਸੁਖਬੀਰ ਬਾਦਲ ਦੇ ਜਿਹੜੇ ਬਿਆਨ ਸੀਗੇ। ਮੈਨੂੰ ਲੱਗਦਾ ਕਿ ਦੇਖੋ, ਇਹ ਗੱਲਾਂ ਠੀਕ ਆ ਜਿਹੜੀਆਂ ਸਰਕਾਰ ਦੇ ਆਪਣੇ ਪ੍ਰਵਿਊ 'ਚ ਆਉਂਦੀਆਂ, ਉਹਨਾਂ ਨੂੰ ਲੈਜਿਸਲੇਟ ਕਰਨਾ ਚਾਹੀਦਾ, ਚੰਗੇ ਕਾਨੂੰਨ ਲੋਕਾਂ ਦੇ ਹਿੱਤ ਵਿੱਚ ਬਣਾਉਣੇ ਚਾਹੀਦੇ ਆ। ਆਨੰਦ ਮੈਰਿਜ ਐਕਟ ਦਾ ਮਾਮਲਾ ਜਿਹੜਾ, ਇਹ ਧਾਰਮਿਕ ਮਾਮਲਾ ਤੇ ਹੈ ਹੀ, ਇਸੇ ਕਰਕੇ ਉਹਨਾਂ ਨੇ ਮੀਟਿੰਗ ਕਾਲ ਕੀਤੀ। ਉਹਦੇ 'ਚ ਦਾਦੂਵਾਲ, ਉੱਥੇ ਦਿੱਲੀ ਵਾਲੇ ਜਿਹੜੇ BJP ਵਾਲੇ ਆ, ਜਾਂ ਹੋਰ ਇੱਧਰੋਂ ਉੱਧਰੋਂ ਸਾਰੇ, ਇੱਥੇ ਦੀ ਕਮੇਟੀ ਹਰਿਆਣੇ ਵਾਲੀ, ਜਾਂ ਹੋਰ ਤੇ ਬੰਦੇ ਇੱਧਰ ਉੱਧਰੋਂ, ਈਵਨ ਰਣਜੀਤ ਸਿੰਘ ਢੱਡਰੀਆਂ ਵਾਲਾ ਜਿਹੜਾ SGPC ਦਾ, ਜਾਂ ਹੋਰਨਾਂ ਦਾ, ਧੁੰਮਾ ਹੋਣਾ ਦਾ, ਸਾਰਿਆਂ ਦੇ ਦੁਸ਼ਮਣ ਹੈਗੇ ਇੱਕ ਦੂਜੇ ਦੇ। ਇਹ ਜਿਹੜੇ ਇੱਧਰ ਦੇ ਬੰਦੇ ਸੀ, ਉਹਨਾਂ ਸਾਰਿਆਂ ਨੂੰ ਬੁਲਾਇਆ ਕਿ ਆਓ ਅਸੀਂ ਆਨੰਦ ਮੈਰਿਜ ਐਕਟ ਬੱਦੀ ਅਮੈਂਡਮੈਂਟ ਦੀ ਗੱਲ ਕਰਨੀ ਹੈ, ਤੇ ਤੁਸੀਂ ਆਪਣਾ ਅਸੈਂਟ ਤੇ ਆਪਣੇ ਓਪੀਨੀਅਨ ਦਿਓ। ਉਹ ਗੱਲ ਲੱਗ ਗਿਆ ਕਿ ਉਹ ਮੀਟਿੰਗ ਹੋ ਨਹੀਂ ਪਾਈ, ਸ਼ਾਇਦ ਚੀਫ ਮਿਨਿਸਟਰ ਨੂੰ ਕਿਸੇ ਨੇ ਤੇ ਹੋਰ ਕਿਸੇ ਐਮਰਜੈਂਸੀ 'ਚ ਬੁਲਾ ਲਿਆ ਹੋਣਾ, ਜਾਂ ਉਹ ਮੀਟਿੰਗ ਹੋ ਨਹੀਂ ਪਾਈ, ਜਾਂ ਇਹ ਵੀ ਹੋ ਸਕਦਾ ਕਿ ਮੀਟਿੰਗ 'ਚ ਬੰਦੇ ਪੂਰੇ ਆਏ ਹੀ ਨਾ ਹੋਣ, ਜਿਸ ਕਰਕੇ ਉਹ ਮੀਟਿੰਗ ਨਾ ਕੀਤੀ ਗਈ ਹੋਵੇ। ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਗੁੱਸਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਆ, ਕਿਉਂਕਿ ਉਹਨਾਂ ਦੇ ਪਾਰਟੀ ਦੇ ਮੈਂਬਰ ਜਿਹੜੇ ਉਹ SGPC 'ਚ ਵੀ ਹੈਗੇ ਆ, ਤੇ SGPC ਨੂੰ ਤੇ ਇਸ ਗੱਲ ਦਾ ਖੇਦ ਹੈ ਹੀ ਕਿ ਭਾਈ
ਇਹ ਜਿਹੜਾ ਤੁਸੀਂ ਕਿਉਂ ਇਹੋ ਜਿਹਾ ਸਾਨੂੰ ਬਿਨਾਂ ਬੁਲਾਇਆ ਆਨੰਦ ਮੈਰਿਜ ਐਕਟ ਜਿਹੜਾ ਹੈ ਰਿਲੀਜੀਅਸ ਮੈਟਰ ਆ, ਅਤੇ ਜਿਹੜੀ ਚੁਣੀ ਹੋਈ ਸੰਸਥਾ ਆ ਉਹਨੂੰ ਤੁਸੀਂ ਇੱਕ ਪਾਸੇ ਰੱਖ ਕੇ ਕੋਈ ਵਾਰਤਾਲਾਪ ਗੱਲਬਾਤ ਸਾਡੇ ਸ਼ਰੀਕਾਂ ਨਾਲ ਕਰਨਾ ਚਾਹੁੰਦੇ ਆ, ਉਹ ਨਹੀਂ ਚਾਹੀਦਾ। ਇਸ ਕਰਕੇ ਮੈਂ ਤਾਂ ਬਾਰ-ਬਾਰ ਕਹਿੰਦਾ ਕਿ ਭਗਵੰਤ ਮਾਨ ਹੋਣਾ ਨੂੰ ਜਿਹੜੀ ਨੈਰੋ ਛੋਟੀ ਬਚਗਾਨਾ ਪੋਲੀਟਿਕਸ ਆ, ਰਾਜਨੀਤੀ, ਜਿਸ ਤਰ੍ਹਾਂ ਅਸੀਂ ਕਰਦੇ ਹੁੰਦੇ, ਮੇਰੀ ਸ਼ਾਹੀ ਦਾ ਡੋਬਾ ਲੈ ਗਿਆ ਜੀ, ਮੇਰੀ ਗਾਚ ਨਹੀਂ ਹੈ ਜੀ, ਮੇਰੀ ਫੱਟੀ ਤੋੜਤੀ ਜੀ, ਮਾਸਟਰ ਕੋਲ ਲਾ ਲਓ ਸ਼ਿਕਾਇਤਾਂ, ਫਿਰ ਚਲੇ ਜਾਓ ਸੁਪਰੀਮ ਕੋਰਟ ਚਲੇ ਜਾਓ, ਉਸ ਪੱਧਰ ਦੀ ਰਾਜਨੀਤੀ ਇਹ ਨਹੀਂ ਕਰਨੀ ਚਾਹੀਦੀ। ਨਿੱਕੀ ਨਿੱਕੀ ਗੱਲ ਤੇ ਭੱਜੋ ਕੋਰਟ ਦੇ ਵਿੱਚ, ਫਿਰ ਇੱਕ ਦਿਨ ਉਹ ਵੀ ਝਾੜ ਪਾ ਕੇ ਕਹਿ ਦੇਣਗੇ ਜਾ ਕੇ ਆਪਣੇ ਕੰਮ ਆਪ ਸੰਭਾਲੋ, ਨਹੀਂ ਤੇ ਰਿਜ਼ਾਈਨ ਕਰੋ। ਜੇ ਤੁਹਾਡੇ ਕੋਲ ਸਰਕਾਰ ਨਹੀਂ ਚੱਲਦੀ ਤੇ ਮੇਰੇ ਕੋਲ ਬਾਰ-ਬਾਰ ਸਾਡਾ ਟਾਈਮ ਕੋਰਟ ਦਾ ਕਿਉਂ ਵੇਸਟ ਕਰਦੇ ਆ। ਅੱਗੇ ਵੀ ਉਹਨਾਂ ਨੇ ਕੇਜਰੀਵਾਲ ਨੂੰ ਕਹਿ ਦਿੱਤਾ, ਜਦੋਂ ਕੇਜਰੀਵਾਲ ਤੇ ਉਹਨਾਂ ਦਾ ਗਵਰਨਰ LG ਜਿਹੜੇ ਆ ਲੈਫਟੀਨੈਂਟ ਗਵਰਨਰ ਦਿੱਲੀ ਵਾਲੇ ਦੋਵੇਂ ਗਏ ਕਿਸੇ ਕੇਸ ਦੇ, ਰੀਸੈਂਟਲੀ ਗੱਲ ਆ, ਉਹਨਾਂ ਨੇ ਦੋਵਾਂ ਨੂੰ ਕਿਹਾ ਕਿ ਤੁਸੀਂ ਯਾਰ ਬੰਦੇ ਬਣੋ, ਆਪਣੇ ਕੰਮ ਆਪ ਸੰਭਾਲੋ, ਸਾਡਾ ਟਾਈਮ ਕਿਉਂ ਵੇਸਟ ਕਰਦੇ। ਉਹਨਾਂ ਨੂੰ ਫਟਕਾਰ ਪਾਈ। ਕਾਰਨ ਪਤਾ ਕੀ ਸੀ? ਕਾਰਨ ਇਹ ਸੀਗਾ ਕਿ ਇਸ ਗੱਲ ਦੇ ਇੱਕ ਇਹ ਵੀ ਸੀ, ਇੱਕ ਹੋਰ ਕਾਰਨ ਵੀ, ਕੋਈ ਠੇਕੇਦਾਰ ਉੱਥੇ ਗਿਆ ਤੇ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਮਸ਼ਹੂਰੀ ਦੇ ਉੱਤੇ ਤੇ 1100 ਕਰੋੜ ਰੁਪਈਆ ਖਰਚ ਸਕਦੇ ਆ, ਕੇਜਰੀਵਾਲ ਨੂੰ ਕਿਹਾ, ਤੇ ਉਹ ਠੇਕੇਦਾਰ ਨੂੰ 400-500 ਕਰੋੜ ਰੁਪਈਆ ਜਿਹੜਾ ਉਹਦਾ ਬਣਦਾ, ਜਿਹਨੇ ਸੜਕ ਬਣਾਈ ਆ, ਉਹ ਕਿਉਂ ਨਹੀਂ ਦਿੰਦੇ? ਕਹਿੰਦੇ 2 ਮਹੀਨਿਆਂ 'ਚ ਦਿਓ, ਨਹੀਂ ਤੇ ਮੈਂ ਤੁਹਾਡੇ ਉਸ ਬਜਟਾਂ ਦਾ ਰੈਫਰੈਂਸ ਦੇ ਕੇ ਉੱਥੋਂ ਪੈਸੇ ਲੈ ਕੇ ਇਹਨਾਂ ਨੂੰ ਅਸੀਂ ਪੈਸੇ ਦਿਆਂਗੇ। ਇਸ ਪੱਧਰ ਤੇ ਜਦੋਂ ਫਟਕਾਰਾਂ ਪੈਣ ਲੱਗ ਜਾਣ, ਕੋਰਟਾਂ ਦਾ ਵੀ ਭਰੋਸਾ ਨਾ ਰਹੇ, ਵਿਸ਼ਵਾਸ ਨਾ ਰਹੇ, ਤੁਹਾਡਾ ਉਹਨਾਂ ਨੂੰ ਕਾਰਗੁਜ਼ਾਰੀ ਬਾਰੇ ਇਹ ਲੱਗੇ ਕਿ ਸ਼ੋਸ਼ੇਬਾਜ਼ ਜ਼ਿਆਦਾ ਹੈ, ਧਰਾਤਲ ਤੇ ਕੰਮ ਨਹੀਂ ਕਰਦੇ, ਜਾਣੀ ਚੁੰਡੀ ਵੱਡ ਪ੍ਰੋਗਰਾਮ ਜ਼ਿਆਦਾ ਕਰਦੇ ਆ, ਤਾਂ ਫਿਰ ਕੁਦਰਤੀ ਆ ਉੱਥੇ ਦੇ ਸੀਨੀਅਰ ਜੱਜੇ ਬੜੇ ਸਮਝਦਾਰ ਆ, ਉਹ ਹਰ ਇੱਕ ਗੱਲ ਨੂੰ ਭਾਂਪ ਲੈਂਦੇ ਆ, ਤੇ ਉਹ ਵੀ ਇਸ ਗੱਲ ਤੋਂ ਫਿਰ ਕੰਨੀ ਕਤਰਾਉਣ ਲੱਗ ਜਾਂਦੇ। ਇਸ ਤੋਂ ਸੋਚਣਾ ਚਾਹੀਦਾ, ਨਿੱਕੀ ਨਿੱਕੀ ਗੱਲ ਤੇ ਕੋਰਟ ਵੱਲ ਭੱਜਣਾ ਵੀ ਕੋਈ ਆਪਣੇ ਮਸਲਿਆਂ ਦਾ ਆਪ ਹੱਲ ਨਹੀਂ ਹੈ। ਪਰ ਇੱਥੇ ਹੋ ਰਿਹਾ, ਜਦੋਂ ਹੁਣ ਉਹ ਚਿੱਠੀ ਕੱਢ ਦਿੱਤੀ ਫਾਰ ਇੰਸਟੈਂਸ ਇਹਨਾਂ ਨੇ, ਗਵਰਨਰ ਨੇ, ਕਿ ਜੀ ਨਹੀਂ ਤੁਹਾਡਾ ਜਿਹੜਾ ਉਹ ਸੈਸ਼ਨ ਇਲੀਗਲ ਆ, ਉਹ ਇੱਕ ਲੰਬੀ ਕਹਾਣੀ ਆ ਕਿਉਂ, ਉਹਦੇ 'ਚ ਦੋਹੀਂ ਪਾਸੇ ਕਾਨੂੰਨੀ ਜਿਹੜੇ ਆ ਪੁਆਇੰਟ ਹੈਗੇ ਆ। ਕੁਦਰਤੀ ਹੁਣ ਉਸ ਨੂੰ ਵੀ ਲੈ ਕੇ ਕਿ ਜਿਹੜਾ ਸੈਸ਼ਨ ਪਿਛਲਾ ਅਸੈਂਬਲੀ ਵਾਲਾ ਸੀ, ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਉਹ ਕਾਨੂੰਨੀ ਸੀ ਕਿ ਗੈਰ ਕਾਨੂੰਨੀ ਸੀ, ਕੋਰਟ 'ਚ ਜੇ ਜਾਊਗੇ ਸੁਪਰੀਮ ਕੋਰਟ ਹੀ ਡਿਸਾਈਡ ਕਰੂਗੀ, ਵਕੀਲਾਂ ਦੀਆਂ ਜੇਬਾਂ ਹਰੀਆਂ ਹੋਣਗੀਆਂ, ਮੌਜਾਂ ਲੱਗਣਗੀਆਂ। ਪਰ ਨਾਲ ਹੀ ਇਹ ਕਹਿ ਦਿੱਤਾ, ਉੱਥੇ ਚੁੱਪ ਰਹਿੰਦੇ, ਗੱਲ ਕਰਦੇ ਜੋ ਕਾਨੂੰਨਨ ਕਰਨੀ ਕਰਦੇ ਸੀ, ਪਰ ਰਿਹਾ ਕਿੱਥੋਂ ਜਾਵੇ। ਭਗਵੰਤ ਮਾਨ ਤੇ ਕਹਿੰਦਾ ਇਹ ਹੁੰਦੇ ਕੌਣ ਆ ਗਵਰਨਰ, ਮੈਂ ਇਹਨਾਂ ਨੂੰ ਬਿਲਕੁਲ ਉਹ ਕਹਿੰਦਾ ਮੈਂ ਇਦਾਂ ਹੀ ਖੁਦ ਹੀ ਬਿੱਲ ਪਾਸ ਕਰ ਦੂੰਗਾ। ਤਾਂ ਹਾਂ ਬਿਲਕੁਲ, ਹੁਣ ਉਹਨਾਂ ਨੇ ਕਿਹਾ ਕਿ ਕਿਤੇ ਰੋਕ ਕੇ ਦੱਸਣਾ ਸੀ ਇਹ ਬਿੱਲ ਪਾਸ ਹੋਣਗੇ, ਇਹੀ ਬਿੱਲ ਪਾਸ ਹੋਣਗੇ, ਇਦਾਂ ਹੀ ਬਿੱਲ ਪਾਸ ਹੋਣਗੇ। ਇਹਨਾਂ ਗੱਲਾਂ ਦੇ ਉੱਤੇ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ। ਇਸੇ ਤਰੀਕੇ ਨਾਲ ਜਿਹੜਾ ਆਨੰਦ ਮੈਰਿਜ ਐਕਟ, ਉਹ ਕੋਈ ਐਮਰਜੈਂਸੀ ਤੇ ਨਹੀਂ ਹੈਗੀ ਜੀ, ਕਿ ਤੁਸੀਂ ਸਾਰੇ ਪੰਜਾਬ ਦੇ ਹਾਲਾਤਾਂ ਨੂੰ ਇੱਕ ਪਾਸੇ ਰੱਖ ਕੇ ਤੇ ਉਹਦੇ 'ਚ ਵੀ ਰਾਜਨੀਤੀ ਕਰਕੇ, ਜੇ ਤੇ ਸੱਚੀ ਮੁੱਚੀ ਦਿਲੋਂ ਕਰਦੇ ਆ ਤੇ ਤੁਸੀਂ ਸਾਰਿਆਂ ਨੂੰ ਬੁਲਾਓ, ਓਪਨ ਮੀਟਿੰਗ ਦਿਓ, ਪਿਆ ਬੰਦੇ ਆ ਤਾਂ ਅਸੀਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੇ ਹਾਂ। ਸਗੋਂ ਜਿਸ ਤਰੀਕੇ ਨਾਲ ਇਹ ਕੈਬਨਿਟ ਦੀਆਂ ਮੀਟਿੰਗਾਂ ਜਗ੍ਹਾ ਜਗ੍ਹਾ ਜ਼ਿਲ੍ਹਿਆਂ 'ਚ ਜਾ ਕੇ ਕਰਦੇ ਆ, ਤੇ ਇਹ ਮੀਟਿੰਗਾਂ ਚੀਫ ਮਿਨਿਸਟਰ ਖੁਦ 2-3 ਜਗ੍ਹਾ ਅਲੱਗ-ਅਲੱਗ ਵੀ ਕਰ ਸਕਦੇ। ਹਰਿਆਣੇ ਵਾਲਿਆਂ ਨਾਲ ਅਲੱਗ ਕਰ ਲੈਣ, ਅੰਮ੍ਰਿਤਸਰ ਵਾਲਿਆਂ ਨਾਲ ਅਲੱਗ ਕਰ ਲੈਣ, ਲੁਧਿਆਣੇ 'ਚ ਬਾਕੀ ਵਾਲਿਆਂ ਨੂੰ ਹੋਰਨਾਂ ਨੂੰ ਬੁਲਾ ਕੇ, ਜੇ ਸੱਚੀ ਮੁੱਚੀ ਕਰਨਾ ਧਾਰਮਿਕ ਮਾਮਲੇ 'ਚ ਜਦੋਂ ਸਰਕਾਰ ਨੇ ਕਰਨਾ, ਤੇ ਉਹਨਾਂ ਦਾ ਕੰਸੈਂਟ ਲੈਣਾ ਜ਼ਰੂਰੀ ਹੈ। ਪਰ ਉਸ ਤਰ੍ਹਾਂ ਨਹੀਂ ਹੁੰਦਾ। ਜਦੋਂ ਇਸ ਤਰ੍ਹਾਂ ਹੀ ਰਹੂਗਾ ਕਿ ਵਿਰੋਧੀ ਪਾਰਟੀਆਂ ਲਗਾਤਾਰ ਗਵਰਨਰ ਕੋਲ ਜਾਂਦੀਆਂ ਰਹਿਣਗੀਆਂ ਆਪਣੀਆਂ ਸ਼ਿਕਾਇਤਾਂ ਲੈ ਕੇ, ਜਿਵੇਂ ਹੈਡਮਾਸਟਰ ਕੋਲ ਜਾਈਦਾ, ਤੇ ਇਹ ਆਪਣੇ ਸੁਪਰੀਮ ਕੋਰਟ 'ਚ ਜਾਣਗੇ, ਵੱਡੇ ਹੈਡਮਾਸਟਰ ਕੋਲ, ਚੇਅਰਮੈਨ ਕੋਲ ਚਲੇ ਜਾਣਗੇ। ਇਹ ਹਾਲਾਤ ਬੜੀ ਬੱਚਿਆਂ ਵਾਲੀ, ਜਿਸ ਤਰ੍ਹਾਂ ਸਕੂਲੀ ਬੱਚੇ ਕਰਦੇ ਆ, ਉਹ ਬਣੀ ਆ। ਇਹਦੇ 'ਚੋਂ ਉੱਪਰ ਉੱਠ ਕੇ ਪੰਜਾਬ ਦੇ ਜਿਹੜੇ ਮਸਲੇ ਆ ਉਹ ਬੜੇ ਵੱਡੇ ਆ, ਬੜੇ ਸੀਰੀਅਸ ਆ, ਉਹ ਲੋਕਾਂ ਨੂੰ ਨਾਲ ਲੈ ਕੇ ਤੇ ਉਹਦੇ ਵਿੱਚ ਇੰਟਰਵੀਨ ਕਰਨਾ, ਪੈਸੇ ਦਾ ਮਾਮਲਾ। ਪਰ ਮੈਂ ਇੱਥੇ ਇੱਕ ਚੰਗੀ ਖਬਰ ਵੀ ਦਿਆਂ। ਕੱਲ ਭਗਵੰਤ ਮਾਨ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਗਏ ਤੇ ਉੱਥੇ 49 ਕਰੋੜ ਰੁਪਈਆ ਦੇ ਦਿੱਤਾ, ਤੇ ਉਹਨਾਂ ਨੂੰ ਐਂ ਲੱਗਦਾ, ਮੈਨੂੰ ਲੱਗਦਾ ਭਗਵੰਤ ਮਾਨ ਹੁਣੀ ਹੋਸਟਲ 'ਚ ਨਹੀਂ ਰਹੇ। ਮੈਂ ਤੇ 16 ਸਾਲ ਹੋਸਟਲਾਂ 'ਚ ਰਿਹਾ, ਜਾਣੀ ਸਕੂਲ ਤੋਂ ਬਾਅਦ ਸਿੱਧਾ ਯੂਨੀਵਰਸਿਟੀ 'ਚ ਚਲਾ ਗਿਆ, ਤੇ 5 ਸਾਲ, ਫਿਰ 2 ਸਾਲ ਹੋਰ, ਫਿਰ 7 ਸਾਲ ਹੋਰ, ਮੈਂ ਯਾਨੀ ਕਾਫੀ ਸਾਲ, ਮੈਂ 16 ਸਾਲ, ਮੈਂ ਸੰਨ 70 ਤੋਂ ਲੈ ਕੇ 86 ਤੱਕ ਬੜੇ ਰਾਜਮਾਂ ਖਾਦੇ ਆ। ਤੇ ਉਹ ਸਾਰੇ ਹੋਸਟਲਾਂ ਦਾ ਇੱਕ ਸਟਰਕਚਰ ਹੁੰਦਾ। ਇਹ ਕਹਿੰਦੇ ਜੀ ਅਸੀਂ ਹੋਸਟਲ ਬਣਾ ਰਹੇ ਹਾਂ, ਬਹੁਤ ਵਧੀਆ ਹੋਸਟਲ ਬਣਾ ਰਹੇ ਹਾਂ, ਉਹਦੇ 'ਚ ਡਾਈਨਿੰਗ ਹਾਲ ਵੀ ਹੋਊਗਾ, ਉਹਦੇ 'ਚ ਬਾਥਰੂਮ ਵੀ ਹੋਣਗੇ, ਉਹਦੇ 'ਚ ਅਟੈਚਡ ਵਾਲੇ ਵੀ ਕਹਿ ਰਹੇ ਨੇ, ਉਹ ਇੱਕ ਐਡੀਸ਼ਨ ਹੈਗੀ ਆ, ਉਹ ਵੀ ਥੋੜ੍ਹੇ ਜਿਹੇ ਬਣਾਉਣੇ ਆ, ਤੇ ਇਹਦੇ 'ਚ ਕਿਚਨ ਵੀ ਹੋਊਗੀ ਤੇ ਫਲਾਨਾ ਵੀ ਹੋਊਗਾ। ਵੀ ਇਹ ਤੇ ਐਸੈਂਸ਼ੀਅਲੀ ਇੱਕ ਸਟੈਂਡਰਡ ਸਟਰਕਚਰ ਆ। ਮਤਲਬ ਕਈ ਗੱਲਾਂ ਬੱਚਿਆਂ ਵਾਲੀਆਂ ਵੀ ਹੈਗੀਆਂ, ਕਿਉਂਕਿ ਉਹਨਾਂ ਦਾ ਐਕਸਪੋਜ਼ਰ ਨਹੀਂ ਹੈ ਹਾਇਰ ਐਜੂਕੇਸ਼ਨ ਨੂੰ। ਪਰ ਚੰਗੀ ਗੱਲ ਹੈ, ਇਸ ਗੱਲ ਦੀ ਵਧਾਈ ਜਿਹਨੇ ਵੀ ਉਹਨਾਂ ਨੂੰ ਸਲਾਹ ਦਿੱਤੀ ਜਾਂ ਉਹਨਾਂ ਦੇ ਆਪਣੇ ਮਨ 'ਚ ਫੁਰਨਾ ਫੁਰਿਆ
ਕਿ ਮੈਂ ਪੈਸੇ ਦਿਆਂ ਤੇ ਉੱਥੇ ਇੱਕ ਹੌਸਟਲ ਵੀ ਬਣੇ, ਕੁੜੀਆਂ ਦੇ ਹੌਸਟਲ ਦੀ ਵੀ ਮੰਜ਼ਿਲਾਂ ਇੱਕ ਇੱਕ ਦੋ ਦੋ ਤਾਂ ਚੱਕੀਆਂ ਜਾਣਗੀਆਂ, ਹੋਰ ਬੀਬੀਆਂ ਬੱਚੀਆਂ ਉੱਥੇ ਰਹਿਣਗੀਆਂ। ਪਰ ਇਹ ਜਿਹੜੇ ਪੈਸੇ ਦਿੱਤੇ ਇਕੱਲੇ ਹੌਸਟਲ ਲਈ ਨਹੀਂ ਆਏ ਪੈਸੇ, ਇੰਨੇ 'ਚ 49 ਕਰੋੜ 'ਚ ਹੌਸਟਲ ਥੋੜ੍ਹੀ ਬਣਨਾ। ਉਹਨੂੰ ਪੇਸ਼ ਇੰਝ ਕੀਤਾ ਗਿਆ ਕਿ ਜਿਵੇਂ ਹੌਸਟਲ ਬਣ ਲਈ ਦਿੱਤੇ ਆ। ਅਸਲੀਅਤ ਇਹ ਹੈ ਕਿ ਗ੍ਰਾਂਟ ਜਿਹੜੀ ਆ, ਮੈਨੂੰ ਤੇ ਲੱਗਦਾ 150-200 ਕਰੋੜ ਘੱਟੋ ਘੱਟ ਗ੍ਰਾਂਟ ਜਿਹੜੀ ਪੰਜਾਬ ਗੌਰਮੈਂਟ ਵੱਲ ਡਿਊ ਹੋਣੀ ਆ, ਉਹਦੀ ਇੱਕ ਕਿਸ਼ਤ 49 ਕਰੋੜ ਦੀ ਦੇ ਦਿੱਤੀ ਹੈ ਜੀ। ਜਿਵੇਂ ਪੰਜਾਬੀ ਯੂਨੀਵਰਸਿਟੀ ਨੂੰ ਵੀ ਇੱਕ ਕਿਸ਼ਤ ਦਿੱਤੀ ਸੀ, ਜਦ ਕਿ 150-200 ਕਰੋੜ ਉਹਨਾਂ ਨੂੰ ਵੀ ਲੋੜ ਸੀਗੀ। ਤੇ ਇਸ ਗੱਲ ਦੀ ਵੀ ਵਧਾਈ, ਜਿਹੜਾ ਕਹਿੰਦੇ ਆ ਨਾ ਵੀ ਭੱਜਦੇ ਜਾਂਦੇ ਚੋਰ ਦੀ ਲੰਗੋਟੀ ਸਹੀ, ਜਿੰਨੇ ਕੁ ਮਿਲ ਗਏ ਇਹਨਾਂ ਸਰਕਾਰਾਂ ਨੂੰ ਤੇ ਭੋਖੜਾ ਪਿਆ ਰਹਿੰਦਾ। ਔਰ ਇਹਨਾਂ ਨੇ ਹੁਣੇ ਜਿੱਦਣ ਲੋਕਾਂ ਨੇ ਥੋੜ੍ਹਾ ਜਿਹਾ ਸਾਹ ਆ ਗਿਆ, ਲੋਕ ਆਪਣੇ ਕੰਮਾਂ 'ਚੋਂ ਵਿਹਲੇ ਹੋ ਗਏ, ਬਰਸਾਤਾਂ ਲੰਘ ਗਈਆਂ, ਤੇ ਉਦੋਂ ਬਾਅਦ ਇਹੀ ਆ ਨਾ, ਸਾਡੇ ਹੱਕ ਇੱਥੇ ਰੱਖ, ਤੇ ਇਹ ਜਿਹੜਾ ਪੈਸਾ ਹੈ ਉਹ ਜ਼ਿਆਦਾ ਹੜ੍ਹਾਂ ਦੀ ਭਰਪਾਈ ਕਿਵੇਂ ਨੁਕਸਾਨ ਦੀ ਕਰਨੀ ਉੱਧਰ ਨੂੰ ਜਾਣਾ। ਪਰ ਚੰਗੀ ਗੱਲ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਵੇਲੇ ਸਿਰ ਮਾੜਾ ਮੋਟਾ ਪੈਸੇ ਚਾਰ ਮਿਲ ਗਏ, ਥੋੜ੍ਹੀ ਰਾਹਤ ਮਿਲੂਗੀ। ਪੰਜਾਬ ਯੂਨੀਵਰਸਿਟੀ ਦਾ ਤਾਂ ਪ੍ਰੋਫੈਸਰ ਸਾਹਿਬ ਇਹ ਗੱਲ ਆ ਕਿ ਆਉਣ ਵਾਲੇ ਦਿਨਾਂ 'ਚ ਸਟੂਡੈਂਟ ਕੌਂਸਲ ਦੀਆਂ ਇਲੈਕਸ਼ਨਾਂ ਵੀ ਹੈਗੀਆਂ ਨੇ, ਤੇ ਸ਼ਾਇਦ ਭਗਵੰਤ ਮਾਨ ਨੂੰ ਇਹ ਵੀ ਲੱਗਦਾ ਹੋਊਗਾ ਕਿ ਸਟੂਡੈਂਟ ਕੌਂਸਲ ਦੀ ਇਲੈਕਸ਼ਨਾਂ ਦੇ ਵਿੱਚ ਜਿਹੜੀ ਇਹਨਾਂ ਦੀ ਸਟੂਡੈਂਟ ਵਿੰਗ ਆ ਉਹਦਾ ਵੀ ਕੁਝ ਬਣ ਜਾਊਗਾ। ਇਹ ਤਾਂ ਗੱਲ ਤੁਸੀਂ ਮੰਨ ਕੇ ਹੀ ਚੱਲੋ ਕਿ ਪੋਲੀਟੀਸ਼ੀਅਨ ਤੇ ਕਿਸੇ ਨੂੰ ਜੇ ਗਾਲ ਕੱਢਣੀ ਹੋਵੇ ਨਾ ਜੀ, ਤੁਸੀਂ ਕਹਿੰਦੇ ਨਾ ਪੈਸੇ ਦੇਣਾ ਚੰਗਾ ਕੰਮ ਕਰਨਾ, ਵੀ ਜੇ ਗਾਲ ਵੀ ਕੱਢਣੀ ਉਹ ਵੀ ਸੋਚ ਕੇ ਕਰਦੇ ਵੀ ਇਸ ਢੰਗ ਨਾਲ ਤੇ ਉਸ ਮੌਕੇ ਕੱਢੀ ਜਾਏ ਜਿਹਦੇ 'ਚ ਰਾਜਨੀਤਿਕ ਲਾਹਾ ਹੋਏ ਕੋਈ। ਇਹ ਚੰਗਾ ਕਿਸੇ ਦਾ ਕਰਨਾ ਜਾਂ ਮਾੜਾ ਕਰਨਾ, ਉਹ ਸਿਰਫ ਤੇ ਸਿਰਫ ਇੱਕ ਮਨ 'ਚ ਉਹਨਾਂ ਦੇ ਬੈਠਾ ਹੁੰਦਾ। ਤਾਂ ਹੀ ਉਹਨਾਂ ਨੂੰ ਪੋਲੀਟੀਸ਼ੀਅਨ ਕਹਿੰਦੇ ਆ ਕਿ ਸਾਨੂੰ ਰਾਜਨੀਤਿਕ ਲਾਹਾ ਕਿਵੇਂ ਮਿਲੂਗਾ। ਪਿਛਲੀ ਵਾਰੀ ਤੁਹਾਨੂੰ ਪਤਾ CY ਕੀ ਇਹਨਾਂ ਦੀ ਯੂਨੀਅਨ ਦਾ ਨਾਮ CYSS, ਉਸ ਦਾ ਪ੍ਰਧਾਨ ਪਤਾ ਨਹੀਂ ਅਚਾਨਕ ਕਹਿੰਦੇ ਆ ਕਿ ਟੀਚਰਾਂ ਨੂੰ, ਫੈਕਲਟੀ ਨੂੰ, ਹੋਰਨਾਂ ਨੂੰ, ਕਈਆਂ ਨੂੰ ਨਾਲ ਜੋੜ ਜੜਾ ਕੇ ਸੱਜੇ ਖੱਬੇ ਕਿਸੇ ਤਰੀਕੇ ਨਾਲ ਭੰਨ ਤੋੜ ਕਰਕੇ ਥੱਲੇ ਕੁਝ ਬਣੇ ਨਾ ਬਣੇ, ਪ੍ਰਧਾਨ ਜ਼ਰੂਰ ਆਪਣਾ ਬਣਾ ਗਏ ਸੀ। ਤੇ ਐਤਕੀ ਹੋ ਸਕਦਾ ਕਿ ਵੱਡੇ ਪੱਧਰ ਤੇ ਸਟੂਡੈਂਟਸ ਦੇ ਵਿੱਚ ਕਾਬਜ ਹੋਣ ਦੀ ਕੋਈ ਪਿੱਛੇ ਵਿਉਂਤਬੰਦੀ ਹੋ ਜਾਓ, ਕੋਈ ਵੀ ਕਰੋ। ਅਸੀਂ ਤਾਂ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦਾ ਤੇ ਯੂਨੀਵਰਸਿਟੀ ਦਾ ਭਲਾ ਹੋਣਾ ਚਾਹੀਦਾ ਜੀ। ਪ੍ਰੋਫੈਸਰ ਸਾਹਿਬ, ਜਿਉਂ 24 ਦੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ ਨੇ, ਭਗਵੰਤ ਮਾਨ ਸਰਕਾਰ ਚਲੋ ਜੋ ਵੀ ਆ ਹੋਰ ਰੌਲਿਆਂ ਦੇ ਵਿੱਚ, ਜਿੱਦਾਂ ਯੂਨੀਵਰਸਿਟੀ ਦੇ ਵਿੱਚ ਵੀ ਹੁਣ ਥੋੜ੍ਹਾ ਫੰਡ ਦਿੱਤਾ, ਤੇ ਇਸ ਦੇ ਨਾਲ ਹੀ ਇਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਦਲਿਤ ਡਿਪਟੀ CM ਲਗਾਵਾਂਗੇ। ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਕਿਸੇ ਨੇ ਆਵਾਜ਼ ਵੀ ਉਠਾਈ ਸੀ। ਇਹਨਾਂ ਦੇ ਨਾਭੇ ਦਾ ਇੱਕ MLA ਸਾਹਿਬ ਸੀ, ਸ਼ਾਇਦ ਦੇਮਾਨ ਨਾਮ ਆ ਉਹਨਾਂ ਨੇ ਆਵਾਜ਼ ਉਠਾਈ ਸੀ, ਤੇ ਉਹ ਮੁੱਦਾ ਉਸ ਤੋਂ ਬਾਅਦ ਉਹ ਕੀ ਹੋਇਆ ਉਸ ਮੁੱਦੇ ਦਾ? ਤੁਹਾਨੂੰ ਯਾਦ ਹੈ ਕਾਂਸ਼ੀ ਰਾਮ ਹੁਣੀ, ਜਿਹੜੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਕਹਿੰਦੇ ਉਹਨਾਂ ਨੂੰ, ਉਹਨਾਂ ਦੇ ਜਿਹੜੇ ਬੜੇ ਮਤਲਬ ਜਿਹੜੇ ਪਿਆਰ ਨਾਲ ਯਾਦ ਕਰਦੇ ਆ ਭਗਤ ਆ, ਤੇ ਉਹ ਇੱਕ ਗੱਲ ਕਹਿੰਦੇ ਸੀ, ਜਿਸकी ਜਿਤਨੀ ਸੰਖਿਆ ਭਾਰੀ ਉਸकी ਉਤਨੀ ਭਾਗੀਦਾਰੀ। ਇਹ ਮੇਰੀ ਗੱਲ ਠੀਕ ਹੈ ਜੀ? ਕਹਿੰਦੇ ਸੀ ਬਿਲਕੁਲ ਜੀ। ਹਾਂ, ਇਹ ਜਿਹੜਾ ਨਾਰਾ ਸੀਗਾ ਵੀ ਜਦੋਂ ਪੰਜਾਬ ਦੇ ਅੰਦਰ ਪਿਛਲੇ ਸੈਂਸਸ ਦੇ ਵਿੱਚ 32%, ਹੁਣ ਮੇਰਾ ਖਿਆਲ ਭਾਵੇਂ 34% ਓਵਰਆਲ ਦਲਿਤ ਪਾਪੂਲੇਸ਼ਨ ਹੋਵੇ, ਤੇ ਪਿੰਡਾਂ ਵਿੱਚ ਤੇ ਸ਼ਾਇਦ ਨੇੜੇ ਤੇੜੇ 40% ਦੇ ਹੀ ਪਹੁੰਚ ਜਾਏ। ਬਿਲਕੁਲ। ਜਦੋਂ ਇੰਨੇ ਵੱਡੇ ਪੱਧਰ ਤੇ ਉਹ ਹੈਗੀ ਆ, ਤੇ ਉਹਨਾਂ ਦਾ ਕਦੋਂ ਦਾ ਲੱਗਣਾ ਜਾਂ ਉਹਨਾਂ ਨੂੰ ਮੌਕਾ ਕਦੋਂ ਮਿਲਣਾ ਜੀ, ਇਹ ਤੇ ਮਾੜੀ ਗੱਲ ਹੈ। BJP ਨੇ ਪਿਛਲੀ ਵਾਰੀ ਵੀ ਚੋਣਾਂ ਕੀਤੀਆਂ ਸੀ ਇਹ ਕਹਿ ਕੇ ਕਿ ਅਸੀਂ ਦਲਿਤ CM ਲਾਵਾਂਗੇ, ਕਿੱਥੇ ਗਿਆ ਉਹ ਵਾਅਦਾ? ਉਹਦੇ ਨਾਲੋਂ ਚੰਗਾ ਤੇ ਚੰਨੀ ਨੂੰ ਹੀ 100 ਦਿਨ ਰੱਖ ਲਿਆ। ਪਹਿਲੀ ਵਾਰੀ ਪੰਜਾਬ ਦੇ ਇਤਿਹਾਸ ਦੇ ਵਿੱਚ ਦਲਿਤ CM ਬਣਿਆ, ਉਹ ਮਾੜਾ ਸੀ, ਚੰਗਾ ਸੀਗਾ, ਬਦਮਾਸ਼ ਸੀ ਕਿ ਕੀ ਸੀ, ਸਭ ਮੈਨੂੰ ਉਹਦਾ ਕੋਈ ਲੈਣਾ ਦੇਣਾ ਨਹੀਂ। ਇੱਥੇ ਕਿਹੜੇ ਸਾਧੂ ਆ ਸਾਰੇ ਪੋਲਿਟਿਕਸ ਵਿੱਚ। ਪਰ ਅਸੀਂ ਉਸ ਦਿਨ ਜਿੱਦਣ ਉਹ ਬਣਿਆ ਸੀ, ਕਿਉਂਕਿ ਉਦੋਂ ਵੀ ਆਪਣੇ ਜਿਹੜੇ ਸੁਨੀਲ ਜਾਖੜ ਹੈ, ਸੁਨੀਲ ਜਾਖੜ ਉਹਨਾਂ ਦਾ ਨੰਨਾ ਪੈ ਰਿਹਾ ਸੀ, ਫਿਰ ਨਵਜੋਤ ਸਿੱਧੂ ਦਾ ਪੈ ਰਿਹਾ ਸੀ, ਘੰਟੇ 'ਚ 3-4 ਬਦਲਤੇ ਸੀ, ਰੰਧਾਵੇ ਦਾ ਪੈ ਰਿਹਾ ਸੀ, ਕੋਈਆਂ ਦਾ ਰੌਲਾ ਪੈ ਰਿਹਾ ਸੀ ਵੀ ਆਹ ਬਣੂ ਆਹ ਬਣੂ ਆਹ ਬਣੂ, ਤੇ ਪੈ ਗਿਆ ਨੰਨਾ ਇਹਦਾ। ਤੇ ਉਹ ਸਾਨੂੰ ਲੱਗਦਾ ਸੀ ਯਾਰ ਇਹ ਤੇ ਚੁੱਪ ਚੁਪੀਤਾ ਜਿਹਾ ਇਹਨੇ ਕਰਨਾ ਕੀ ਸੀ। ਜੋ ਇਹਨੇ ਦਬੀੜਾਂ ਪਵਾਈਆਂ ਕੇਜਰੀਵਾਲ ਦੀਆਂ ਤੇ ਆਮ ਆਦਮੀ ਪਾਰਟੀ ਦੀਆਂ, ਇਹ ਇੱਕ ਮੌਕਾ ਮਿਲਣ ਦੀ ਗੱਲ ਹੈ। ਤੁਹਾਨੂੰ ਉਹਨਾਂ ਦੀ ਕਲਾ ਪੋਟੈਂਸ਼ੀਅਲ ਦਾ ਕਿਵੇਂ ਪਤਾ ਲੱਗੂਗਾ ਜੇ ਉਹਨਾਂ ਨੂੰ ਮੌਕਾ ਹੀ ਨਹੀਂ ਦੇਣਾ? ਤੁਸੀਂ ਹਮੇਸ਼ਾ ਉਹਨਾਂ ਨੂੰ ਡਿਫੈਂਸ ਦੇ ਵਿੱਚ ਤੇ ਲਾਈਨ ਤੋਂ ਹੀ ਬਾਹਰ ਰੱਖਣਾ, ਲਾਈਨ ਦੇ ਅੰਦਰ ਤੇ ਆਉਣ ਦਿਓ ਇੱਕ ਵਾਰੀ ਤੁਸੀਂ, ਫਿਰ ਉਹਨਾਂ ਦਾ ਯੁੱਧ ਦੇਖ ਲਓ, ਘੋਲ ਦੇਖ ਲਓ, ਤੁਸੀਂ ਤੇ ਉਹਨਾਂ ਨੂੰ ਪਿੜ 'ਚ ਨਹੀਂ ਆਉਣ ਦਿੰਦੇ। ਬਿਲਕੁਲ, ਇਹ ਆ ਗੱਲ। ਇਹ ਜਿਹੜਾ ਦੇਮਾਨ ਨੇ ਕਿਹਾ ਸੀ ਗੱਲ ਤੇ ਕੋਈ ਗਲਤ ਨਹੀਂ ਕਹੀ ਜੀ। ਤੇ ਖਬਰਾਂ ਇੰਜ ਮਿਲ ਰਹੀਆਂ ਜਿਵੇਂ ਤੁਸੀਂ ਵੀ ਦੱਸ ਰਹੇ ਸੀ, ਹੋਰ ਜਗ੍ਹਾ ਤੋਂ ਵੀ ਫੁਜ਼ਰ ਇਹ ਚੱਲਦੀ ਆ ਵੀ ਉਹਨੂੰ ਛੇਕਣ ਨੂੰ ਫਿਰਦੇ ਆ ਵੀ ਇਹਨੇ ਐਡਾ ਵੱਡਾ ਏਜੰਡਾ ਆਪਣੀ ਵੱਲੋਂ ਰੱਖ ਕਾਹਨੂੰ ਦਿੱਤਾ ਜੀ। ਉਹ ਥੋੜਾ ਜਿਹਾ ਮੀਡੀਆ ਨੇ ਵੀ ਉਹਦੇ 'ਚ ਕਾਲੀ ਮਿਰਚ ਉੱਤੇ ਭੁੱਕ ਦਿੱਤੀ ਗੱਲ ਦੇ, ਉਹ ਕਾਲੀ ਮਿਰਚਾਂ ਲਾਉਣ ਲਈ ਕਿ ਉਹਨਾਂ ਨੇ ਸਵਾਲ ਜਾਣ ਬੁੱਝ ਕੇ ਕਰ ਲਿਆ। ਤੁਸੀਂ ਜੀ ਆਪਣੇ ਆਪ ਨੂੰ ਇਸ ਗੱਲ ਦੇ ਕਾਬਿਲ ਸਮਝਦੇ ਆ? ਬਿਲਕੁਲ, ਡਿਪਟੀ CM, ਕਿਉਂਕਿ ਉਹ ਵੀ ਰਿਜ਼ਰਵ 'ਚੋਂ ਹੈਗੇ।
ਤੇ ਉਹਨਾਂ ਨੇ ਕਿਹਾ ਹਾਂ ਕਾਬਲ ਤੇ ਮੈਂ ਵੀ ਆ ਪਰ ਹੋਰ ਵੀ ਕੋਈ ਬਣ ਸਕਦਾ, ਮਤਲਬ ਤੇ ਆਪਣਾ ਵਿੱਚ ਨਾਂ ਰੱਖ ਲਿਆ। ਜੀ ਕੁਦਰਤੀ ਆ ਵੀ ਆ ਬੈਲ ਮੁਝੇ ਮਾਰ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀਗਾ। ਮੈਂ ਸਾਡੇ ਬੰਦੇ ਥੋੜ੍ਹੇ ਜਿਹੇ ਇਸ ਕਿਸਮ ਦੇ ਅਣਜਾਣ ਜਾਂ ਅਲੜ ਹੈਗੇ ਆ ਰਾਜਨੀਤੀ 'ਚ। ਜਿਹਨੇ ਜੋ ਕੁਝ ਬਣਨਾ ਹੋਵੇ ਉਹ ਲਗਾਤਾਰ ਕੋਠੇ ਚੜ੍ਹ ਕੇ ਰੌਲਾ ਪਵੇ, ਉਹ ਮੈਂ ਨਹੀਂ ਜੇ ਬਣਨਾ, ਮੈਨੂੰ ਨਹੀਂ ਜੇ ਪਤਾ, ਮੈਂ ਬਿਲਕੁਲ ਨਹੀਂ, ਇਹ ਤੇ ਜਿਹੜਾ ਵੀ ਜੋ ਜਨਤਾ ਚਾਹੇ ਇਹ ਭਾਸ਼ਾ ਆ, ਮੈਨੂੰ ਤੇ ਲੋੜ ਹੀ ਕੋਈ ਨਹੀਂ, ਮੈਂ ਤੇ ਚਾਹੁੰਦਾ ਹੀ ਹਾਂ, ਮੈਂ ਤੇ ਤੁਹਾਡੀ ਖਾਤਰ ਹੀ ਬਸ ਤੁਹਾਡਾ ਮੈਨੂੰ ਜੁੱਤੀਆਂ ਨੇੜੇ ਬਿਠਾਓ। ਜੇ ਇਹ ਗੱਲਾਂ ਕਰੋਗੇ ਤਾਂ ਤੁਹਾਨੂੰ ਸ਼ਾਇਦ ਕੋਈ ਚਾਂਸ ਮਿਲ ਜੇ। ਜੇ ਤੁਸੀਂ ਇਹ ਕਹਿਤਾ ਕਿ ਮੈਨੂੰ ਕੁਝ ਬਣਾਓ, ਬਸ ਤੁਹਾਡਾ ਕੰਮ ਉਦਣ ਹੀ ਕਾਂਟਾ ਲਾਤਾ। ਲੱਗਦਾ ਇਹ ਹੈ ਕਿ ਉਹਨਾਂ ਨੂੰ ਉਸ ਗੱਲ ਦੀ ਸ਼ਾਇਦ ਕਾਫੀ ਅੱਜ ਦੇ ਦਿਨ ਦੇ ਵਿੱਚ ਰਾਜਨੀਤਿਕ ਕੀਮਤ ਤਾਰਨੀ ਪੈ ਰਹੀ ਹੋਵੇ। ਜੀ ਪ੍ਰੋਫੈਸਰ ਸਾਹਿਬ, ਇਸ ਤੋਂ ਇਲਾਵਾ ਅਗਰ ਦੇਖੀਏ ਆਪਾਂ ਜਿਹੜੀ ਆਪਣੇ ਦੇਸ਼ ਲੈਵਲ ਦੀ ਰਾਜਨੀਤੀ ਦੇ ਵਿੱਚ ਇੱਕ ਜਿਹੜਾ ਵਿਰੋਧੀ ਧਿਰਾਂ ਨੇ ਇੱਕ ਆਪਣਾ 2-3 ਮੀਟਿੰਗਾਂ ਕੀਤੀਆਂ, ਉਸ ਤੋਂ ਬਾਅਦ ਉਹਨਾਂ ਨੇ ਇੱਕ ਮੰਚ ਵੀ ਬਣਾਇਆ ਇੰਡੀਆ ਨਾਮ ਦਾ। ਉਹਦੇ ਲਈ ਮੋਦੀ ਨੇ ਕਿਹਾ ਕਿ ਇਹ ਜਿਹੜਾ ਮੰਚ ਆ, ਜਿਵੇਂ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹਦੇ ਵਿੱਚ ਵੀ ਇੰਡੀਆ ਨਾਮ ਹੈਗਾ ਸੀ, ਤੇ ਹੋਰ ਵੀ ਉਹਨੇ ਕੋਈ ਕੁਛ ਇਹੋ ਜਿਹੇ ਜਿਹੜੇ ਬੈਂਡ ਸੰਗਠਨ ਨੇ ਉਹਨਾਂ ਦੇ ਨਾਮ ਵੀ ਲਏ ਨੇ। ਤੇ ਮਮਤਾ ਬੈਨਰਜੀ ਨੇ ਤਾਂ ਇਹ ਵੀ ਕਿਹਾ ਕਿ ਮੋਦੀ ਨੂੰ ਤਾਂ ਇੰਡੀਆ ਸ਼ਬਦ ਬਹੁਤ ਜ਼ਿਆਦਾ ਪਿਆਰਾ ਲੱਗਿਆ। ਪਰ ਇਹ ਉਹਦਾ ਮੋਦੀ ਕਿਉਂ ਵਿਰੋਧ ਕਰ ਰਿਹਾ? ਕਿ ਇਸ ਕਰਕੇ ਵਿਰੋਧ ਕਰ ਰਿਹਾ ਕਿ ਉਹ ਡਰ ਗਿਆ, ਜਾਂ ਫਿਰ ਉਹਨੂੰ ਸੱਚੀ ਮੁੱਚੀ ਉਹਦੀ ਕਿਸੇ ਹੋਰ ਰਾਜਨੀਤੀ ਹੋ ਸਕਦੀ ਇਹਦੇ ਵਿੱਚ? ਦੇਖੋ ਗੁਰਦੀਪ, INDIA ਬੜਾ ਸੋਚ ਸਮਝ ਕੇ ਉਹਨਾਂ ਨੇ, ਜਿਹਨੂੰ ਇੰਡੀਆ ਕਹਿ ਦਿੰਦੇ ਆ, ਸ਼ਬਦ ਨਾਂ ਰੱਖਿਆ, ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ। ਇਹ ਕਿਸੇ ਨੇ ਨਹੀਂ ਇੰਨਾ ਫਲੂਐਂਟਲੀ ਸਾਫ ਸੁਥਰਾ ਪੂਰਾ ਨਾਂ ਠੀਕ ਠਾਕ ਲੈਣਾ, ਇਸ ਕਰਕੇ ਉਹਨਾਂ ਨੇ ਕਿਹਾ ਵੀ ਇੰਡੀਆ ਹੀ ਠੀਕ ਹੈ। ਇਹਦੇ 'ਚ ਤੇ ਕੋਈ ਦੋ ਰਾਏ ਨਹੀਂ ਹੈ ਕਿ ਜਦੋਂ BJP ਆਮ ਕਰਕੇ ਤੇ ਖਾਸ ਕਰਕੇ ਉਹਨਾਂ ਦੇ ਜਿਹੜੇ ਵੱਡੇ ਲੀਡਰ ਆ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ, ਉਹ ਇਸ ਗੱਲ ਤੋਂ ਤੇ ਬੜੇ ਪਰੇਸ਼ਾਨ ਹੈਗੇ ਕਿ ਯਾਰ ਇਹ ਤੇ ਸਾਨੂੰ ਇੰਡੀਆ ਵਰਸਸ NDA ਕਰ ਦਿੱਤਾ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਜਿਹੜਾ BJP ਵਾਲਾ ਅਲਾਇੰਸ ਹੈਗਾ। ਤਾਂ ਉਹਨਾਂ ਨੇ ਫਿਰ ਇਸ ਨਾਂ ਦੀ ਜਿਹੜੀ ਪਾਪੂਲੈਰਿਟੀ ਆ ਜਾਂ ਲੋਕਾਂ ਦੇ ਵਿੱਚ ਇੱਕ ਇਮੇਜ ਦੀ ਪ੍ਰਵਾਨਗੀ ਹੋਣੀ ਹੈ, ਉਹਨੂੰ ਸ਼ੁਰੂ 'ਚ ਹੀ ਇਹੋ ਜਿਹੇ ਸ਼ਬਦ ਦੇ ਕੇ, ਇਹੋ ਜਿਹੀ ਭਾਸ਼ਾ ਦੇ ਕੇ, ਇਹੋ ਜਿਹੇ ਅਰਥ ਦੇ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈਗੀ। ਤੇ ਐਡੇ ਜ਼ਹਿਰੀਲੇ ਸ਼ਬਦ, ਇਹ ਵੀ ਇੱਕ ਅੰਦਰੋਂ ਡਰੀ ਹੋਈ ਆਤਮਾ ਹੀ ਆ, ਇੰਜ ਬੋਲਦੀ। ਮੈਂ ਤੇ ਮੇਰੇ ਮਨ 'ਚ ਤੇ ਕਦੀ ਨਹੀਂ ਆ ਸਕਦਾ। ਦੇਖੋ ਜੀ, ਇੰਡੀਆ ਤੇ ਇਹਦੇ 'ਚ ਵੀ ਆਉਂਦਾ, ਈਸਟ ਇੰਡੀਆ ਕੰਪਨੀ 'ਚ ਵੀ ਆਉਂਦਾ, ਇਹ ਇੰਡੀਆ ਦੇ ਉੱਤੇ ਪਾਪੂਲਰ ਫਰੰਟ ਆਫ ਇੰਡੀਆ ਜਿਹੜੀ ਕਿ ਮੁਸਲਿਮ ਲੋਕਾਂ ਦੀ ਬੈਂਡ ਜਥੇਬੰਦੀ ਹੈਗੀ ਹੈ ਇੱਥੇ, ਜਿਹੜੇ ਕਿ ਮੇਰਾ ਖਿਆਲ ਉਹਨਾਂ 'ਚ ਆਤੰਕੀ ਜਾਂ ਕੱਟੜਪੰਥੀ ਕੁਛ ਸੀਗੇ। ਇਸ ਤਰੀਕੇ ਨਾਲ ਇੰਡੀਅਨ ਮੁਜ਼ਾਹਿਦੀਨ ਉਹ ਵੀ ਇੰਡੀਆ ਦੇ ਵਿੱਚ ਆਉਂਦਾ, ਕਿਉਂਕਿ ਉਹਨਾਂ ਨੂੰ ਮੁਸਲਮਾਨਾਂ ਦਾ ਨਾਂ ਲੈ ਕੇ ਜਾਂ ਅੰਗਰੇਜ਼ਾਂ ਜਾਂ ਕ੍ਰਿਸਚੀਅਨਾਂ ਦਾ ਨਾਂ ਲੈ ਕੇ ਜੋ ਉਹਨਾਂ ਦੇ ਅੰਦਰ ਆਤਮਾ ਦੀ ਤ੍ਰਿਪਤੀ ਹੁੰਦੀ ਹੈ ਜੀ, ਇਹ ਦੋਵੇਂ ਉਹੀ ਨਾਂ ਲੱਭੇ ਉਹਨਾਂ ਨੇ, ਹੋਰ ਕੋਈ ਇੰਡੀਆ ਵਾਲਾ ਨਹੀਂ ਲੱਭਿਆ। ਵੈਸੇ ਇੰਡੀਅਨ ਨੈਸ਼ਨਲ ਕਾਂਗਰਸ ਵੀ ਕਿਹਾ, ਉਹਦਾ ਵੀ ਕਿਉਂ ਸੁਣ ਲਓ ਕਿ ਇਹਦੀ ਤਾਂ ਫਾਊਂਡੇਸ਼ਨ ਕੀਤੀ ਹੀ ਕਿਸੇ ਕ੍ਰਿਸਚੀਅਨ ਨੇ ਸੀ, ਅੰਗਰੇਜ਼ ਨੇ ਕੀਤੀ ਸੀ, ਇਹ ਉਹ ਹਿਊਮ ਨੇ। ਇਸ ਕਰਕੇ ਇਹ ਵੀ ਉਹੋ ਜਿਹੀ ਭਾਈ, ਉਹ ਇੰਡੀਆ ਹੋਰ ਸੀ, ਇਹ ਇੰਡੀਆ ਹੋਰ ਸੀ। ਅੱਗਿਓਂ ਜਵਾਬ ਜਿਹੜਾ ਕਾਂਗਰਸ ਦਾ ਸੀ ਉਹ ਬੜਾ ਇੰਟਰਸਟਿੰਗ ਸੀਗਾ। ਉਹ ਕਹਿੰਦੇ ਅਸੀਂ ਤੇ ਈਸਟ ਇੰਡੀਆ ਕੰਪਨੀ ਤੇ ਉਹਨਾਂ ਦੇ ਜਿਹੜੇ ਬਾਅਦ ਵਿੱਚ ਰਾਜਨੀਤਿਕ ਇੱਥੇ ਦੇ ਨੁਮਾਇੰਦੇ ਸੀ ਜਾਂ ਜਿਨ੍ਹਾਂ ਨੇ ਸਿੱਧਾ ਕੰਟਰੋਲ ਇੰਡੀਆ ਤੇ ਬ੍ਰਿਟਿਸ਼ ਉਹਨਾਂ ਦੀ ਪਾਰਲੀਮੈਂਟ ਰਾਹੀਂ ਕਰ ਲਿਆ, ਉੱਥੋਂ ਦੀ ਕੁਈਨ ਜਾਂ ਉੱਥੋਂ ਦੇ ਲੋਕਾਂ ਨੇ, ਰਾਜਨੀਤਿਕ ਲੋਕਾਂ ਨੇ ਕਰ ਲਿਆ ਸੀ ਕੰਟਰੋਲ। ਅਸੀਂ ਤੇ ਉਹਨਾਂ ਵਿਰੁੱਧ ਫਾਂਸੀਆਂ ਦਿੱਤੀਆਂ, ਸ਼ਹੀਦੀਆਂ ਦਿੱਤੀਆਂ, ਜੇਲ੍ਹਾਂ 'ਚ ਗਏ, ਤੁਸੀਂ ਉਹਨਾਂ ਦੇ ਨਾਲ ਭੰਗੜੇ ਪਾਉਂਦੇ ਫਿਰਦੇ ਸੀ ਜੀ। ਹਾਂ, ਤੁਸੀਂ ਅੱਖ ਮਟੱਕਾ ਕਰਦੇ ਸੀ ਵੀ ਅਸੀਂ ਤੇ ਕਲਚਰਲ ਆਰਗੇਨਾਈਜੇਸ਼ਨ ਹੈ, ਸਾਨੂੰ ਨਾ ਕੁਝ ਕਿਉਂ ਸਾਨੂੰ। ਔਰ ਉਹਨਾਂ ਨੇ ਇਸ ਕਿਸਮ ਦੀ ਇਹਨਾਂ ਨੂੰ ਇਜਾਜ਼ਤ ਦਿੱਤੀ ਤੇ ਹਿੰਦੂ ਮਹਾਸਭਾ ਜਾਂ RSS ਸਾਰੇ ਉਹਨਾਂ ਦੇ ਵਿੱਚ ਪਨਪੇ, ਜਿਹਨੂੰ ਅੱਜ ਇਹ ਹਿੰਦੂ ਰਾਸ਼ਟਰ ਦਾ ਨਾਂ ਦੇ ਕੇ ਹੋਰ ਅੱਗੇ ਵਧਾਉਣਾ ਚਾਹੁੰਦੇ ਆ। ਤੇ ਇਹ ਕੋਈ ਬਹੁਤੀ ਗੱਲ, ਹੁਣ ਇਹ ਗੱਲ ਕਹਿ ਨਹੀਂ ਸੀ ਸਕਦੇ ਕਿ ਇੰਡੀਆ ਦੇ ਵਿੱਚ ਕੋਈ ਮੁਸਲਿਮ ਫਰੰਟ ਉਸ ਕਿਸਮ ਦਾ ਵੱਡਾ ਹੈਗਾ ਤੇ ਜਿਸ ਕਰਕੇ ਇਹ ਵੀ ਨਾਂ ਉਹਨਾਂ ਦੇ ਨਾਲ ਪਾਪੂਲਰ ਫਰੰਟ ਆਫ ਇੰਡੀਆ ਜਾਂ ਇੰਡੀਅਨ ਮੁਜ਼ਾਹਿਦੀਨ ਦੇ ਨਾਲ ਉਹਨਾਂ ਨੂੰ ਜੋੜ ਕੇ ਦੇਖ ਲੈਣ। ਇਸ ਗੱਲ ਦਾ ਤੇ ਇਹ ਸਬੂਤ ਇਹੀ ਆ ਗੁਰਦੀਪ ਕਿ ਪ੍ਰਧਾਨ ਮੰਤਰੀ ਤੇ ਉਹਨਾਂ ਦੇ ਜਿਹੜੇ NDA ਦੇ ਹੋਰ ਭਾਈਚਾਰਾ ਸਾਰਾ ਹੈਗਾ, ਉਹ ਇਸ ਗੱਲ ਤੋਂ ਤੇ ਡਰੇ ਵੀ ਆ ਤੇ ਕਾਇਲ ਵੀ ਹੈਗੇ ਕਿ ਜੇ ਇਹ ਨਾ ਪਾਪੂਲਰ ਹੋ ਗਿਆ, ਜਿਹੜਾ ਕਿ ਹੋ ਰਿਹਾ ਜੀ। ਤੁਸੀਂ ਪਾਰਲੀਮੈਂਟ ਦੇ ਅੰਦਰ ਦੇਖਿਆ, ਕੱਲ੍ਹ ਵੀ ਅੱਜ ਵੀ ਉਹ ਤਖਤੀਆਂ ਲੈ ਕੇ ਜਾ ਰਹੇ ਆ, ਇੰਡੀਆ ਫਾਰ ਮਨੀਪੁਰ ਜੀ। ਹਾਂ, ਉਹ ਬਾਰ-ਬਾਰ ਬਾਹਰ ਵੀ ਇਹੋ ਹੀ ਆ, ਜਿਹੜੀ ਗਾਂਧੀ ਦੀ, ਮਹਾਤਮਾ ਗਾਂਧੀ ਜੀ ਦੀ ਪ੍ਰਤਿਮਾ ਹੈ ਜਿਹਦੇ ਸਾਹਮਣੇ ਜਾਣੀ ਉਹਨਾਂ ਦਾ ਬੁੱਤ ਹੈਗਾ, ਉੱਥੇ ਸੰਜੇ
ਸਿੰਘ ਬੈਠੇ ਹੋਏ ਆ ਤੇ ਉਹ ਆਪਣਾ ਕਿਉਂਕਿ ਉਹਨਾਂ ਨੂੰ ਸਾਰੇ ਇਸ ਟਰਮ ਲਈ ਜਿਹੜਾ ਮਾਨਸੂਨ ਸੈਸ਼ਨ ਹੈ ਉਹਨਾਂ ਨੂੰ ਬਰਖਾਸਤ ਕਰ ਦਿੱਤਾ। ਉਹ ਉੱਥੇ ਬੈਠੇ ਵਿਰੋਧੀ ਪਾਰਟੀਆਂ ਉੱਥੇ ਮਣੀਪੁਰ ਦੇ ਨਾਂ 'ਤੇ ਗਾਣੇ ਹੋਰ ਕਲਚਰਲ ਪ੍ਰੋਗਰਾਮ ਬੈਠਣਾ ਉੱਠਣਾ ਰਾਤ ਦਿਨ ਸਵੇਰੇ ਚੱਲਿਆ ਉੱਥੇ ਖੂਬ। ਜਿਹੜਾ ਅੰਦਰ ਨਹੀਂ ਹੋ ਰਿਹਾ ਉਹ ਬਾਹਰ ਵੀ ਇੱਕ ਪ੍ਰਦਰਸ਼ਨ ਆਪਣੀ ਕਿਸਮ ਦਾ ਜਿਹਦੇ 'ਚ ਕਲਚਰਲ ਹਿੱਸਾ ਵੀ ਹੈ ਉਹ ਕੀਤਾ ਜਾ ਰਿਹਾ। ਮੈਂ ਸਭ ਤੋਂ ਵੱਡੀ ਤੁਹਾਨੂੰ ਖਬਰ ਦੱਸਾਂ ਕਿ ਕੱਲ੍ਹ ਮੈਂ ਦੇਖਿਆ ਕਿ ਕੰਨਾਂ ਦੇ ਉੱਤੇ ਉਹ ਜਿਹੜੇ ਈਅਰਫੋਨ ਜੇ ਲਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਰੂਲਿੰਗ ਪਾਰਟੀ ਨੇ ਵਿਰੋਧੀ ਪਾਰਟੀਆਂ ਦੇ ਜਿਹੜੇ ਨਾਅਰੇ ਲਗਾਤਾਰ ਲੋਕ ਸਭਾ ਤੇ ਰਾਜ ਸਭਾ 'ਚ ਲੱਗ ਰਹੇ ਆ ਉਹ ਤੇ ਉਹਨਾਂ ਨੇ ਕੰਨ ਕਰ ਲਏ ਬੰਦ ਤੇ ਆਵਾਜ਼ ਸਿਰਫ ਸਪੀਕਰਾਂ ਦੀ ਮਾਈਕਾਂ ਦੀ ਸੁਣ ਕੇ ਕੱਲ੍ਹ 3 ਬਿੱਲ ਪਾਸ ਕਰ ਦਿੱਤੇ। ਇਹ 2 ਲੋਕ ਸਭਾ 'ਚ ਮੇਰਾ ਖਿਆਲ ਤੇ 1 ਰਾਜ ਸਭਾ 'ਚ। ਅੱਜ ਫੇਰ ਬਿੱਲਾਂ ਤੇ ਲੋਕ ਸਭਾ ਤੇ ਉਸੇ ਸਟਾਈਲ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਹਿਸ ਹੋ ਰਹੀ ਸੀ। ਕੋਈ ਫੋਰੈਸਟ ਤੇ ਸੀ, ਕੱਲ ਟਰਾਈਬਲ ਤੇ ਸੀਗੇ, ਇਸ ਕਿਸਮ ਦੇ ਜਿਹੜੇ ਵੈਸੇ ਜਨਰਲੀ ਪ੍ਰਵਾਨਿਤ ਹੀ ਹੈ ਜਿਹੜੀ ਉਹਨਾਂ ਦੀਆਂ ਕਮੇਟੀਆਂ ਪਹਿਲਾਂ ਪਾਰਲੀਮੈਂਟਰੀ ਕਮੇਟੀ ਐਡਵਾਈਜ਼ਰੀ ਕਮੇਟੀ ਬਣਦੀ ਹੈ ਉਹਦੇ ਵਿੱਚ ਉਹ ਪਾਸ ਕੀਤੇ ਹੋਏ ਬਿੱਲ ਸੀਗੇ ਤੇ ਉਹਦੇ 'ਚ ਕੋਈ ਬਹੁਤੇ ਕਿੰਤੂ ਪਰੰਤੂ ਨਹੀਂ ਸੀਗੇ। ਨਾਲੋਂ ਨਾਲ ਹੁਣ ਇੱਕ ਹੋਰ ਜਿਹੜੀ ਡਿਵੈਲਪਮੈਂਟ ਹੋਈ ਉਹ ਬੜੀ ਸੀਰੀਅਸ ਹੋਈ ਹੈ, ਉਹ ਹੁਣੇ ਹੀ ਹੋਈ ਹੈ ਜੀ। ਉਹ ਅਜੇ ਅਖਬਾਰਾਂ 'ਚ ਨਹੀਂ ਆਈ, ਉਹ ਅੱਜ ਦੀ ਹੀ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਦੀ ਗੱਲ ਆ ਕਿ ਜਿਹਦੇ ਵਿੱਚ ਇਹ ਆ ਗਿਆ ਕਿ 50 ਐਮਪੀਆਂ ਨੇ ਵਿਰੋਧੀ ਪਾਰਟੀਆਂ ਦੇ ਐਮਪੀਆਂ ਨੇ ਜੇ TMC ਆ DMK ਆ JDU ਆ ਹੋਰ ਈਵਨ ਜਿਹੜੀ TRS ਨਹੀਂ BRS ਜਿਹੜੀ ਬਣ ਗਈ ਆ ਭਾਰਤ ਰਕਸ਼ਾ ਸਮਿਤੀ ਜਿਹੜੀ ਹੈ ਉਹ ਇੱਥੇ ਤੇਲੰਗਾਨਾ ਵਾਲੀ ਉਹ ਵੀ ਹੈਗੇ ਆ ਜਿਹੜੀ NCT ਇਹਨਾਂ ਦੀ ਕਿਹੜੀ ਆਪਣੀ ਸ਼ਰਦ ਪਵਾਰ ਵਾਲੀ ਜੀ NCP ਵੀ ਤੇ ਜਿਹੜੀ ਸ਼ਿਵ ਸੈਨਾ ਆ ਜਿਹੜੀ ਉਦਵ ਠਾਕਰੇ ਵਾਲੀ ਇਹ ਸਾਰਿਆਂ ਨੇ ਹੋਰ ਨਾ ਬੰਦੇ ਵੀ ਹੋਣਗੇ ਕਈ ਮੇਰੇ ਦਿਮਾਗ 'ਚੋਂ ਰਹਿ ਗਏ ਹੋਣਗੇ ਉਹਨਾਂ ਦੇ ਘੱਟੋ ਘੱਟ 50 MP ਚਾਹੀਦੇ ਹੁੰਦੇ ਆ। ਉਹਨਾਂ ਨੇ ਦਸਤਖਤ ਕਰਕੇ ਦਿੱਤਾ ਕਿ ਨੋ ਕੌਨਫੀਡੈਂਸ ਮੋਸ਼ਨ। ਇਹਦਾ ਮਤਲਬ ਇਹ ਆ ਕਿ ਪ੍ਰਧਾਨ ਮੰਤਰੀ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਮਣੀਪੁਰ ਦੇ ਮੁੱਦੇ ਤੇ ਤੁਸੀਂ ਆ ਕੇ ਬੋਲੋ, ਜੇ ਨਹੀਂ ਬੋਲੋਗੇ ਤੇ ਹੁਣ ਤੇ ਸ਼ਾਇਦ ਜਿਹੜੇ ਜਿਸ ਧਾਰਾ ਥੱਲੇ ਕਨਸਟੀਟਿਊਸ਼ਨ ਤੇ ਉਹ ਮਨਜ਼ੂਰ ਹੋ ਗਿਆ ਜੀ ਇਹ ਨੋ ਕੌਨਫੀਡੈਂਸ ਮੋਸ਼ਨ ਮਨਜ਼ੂਰ ਹੋ ਗਿਆ। ਉਹ 10 ਦਿਨਾਂ ਦੇ ਅੰਦਰ ਅੰਦਰ ਰੱਖਣਾ ਹੁੰਦਾ ਆ। ਉਹ ਕਿਸੇ ਦਿਨ ਵੀ ਉਹਦੀ ਡੇਟ ਇੱਕ ਅੱਧੇ ਦਿਨ 'ਚ ਅੱਜ ਹੀ ਸ਼ਾਮ ਤੱਕ ਜਾਂ ਕੱਲ੍ਹ ਤੱਕ ਅਨਾਊਂਸ ਹੋ ਜੂਗੀ। ਉਹਦੇ ਵਿੱਚ ਪ੍ਰਧਾਨ ਮੰਤਰੀ ਨੂੰ ਫਿਰ ਬੋਲਣਾ ਪਊਗਾ। ਮਤਲਬ ਇੱਕ ਜਿਹੜਾ ਨਾਗਵਾਲ ਪਾਇਆ ਪ੍ਰਧਾਨ ਮੰਤਰੀ ਨੂੰ ਉਹਦੇ 'ਚ ਮੈਨੂੰ ਲੱਗਦਾ ਕਿ ਵਿਰੋਧੀ ਪਾਰਟੀਆਂ ਮਨ ਕੀ ਬਾਤ ਕਰਨੀ ਪੈਣੀ ਹੈ। ਮਨ ਕੀ ਨਹੀਂ ਖੁੱਲ੍ਹ ਕੇ ਦਿਲ ਦੀ ਵੀ ਤੇ ਮਨ ਦੀ ਵੀ ਦੋਵਾਂ ਦੀ ਰਲਾ ਕੇ ਉੱਥੇ ਕਰਨਾ ਪੈਣਾ। ਲੋਕਾਂ ਨੇ ਘੇਰ ਕੇ ਪਾਰਲੀਮੈਂਟ ਦੇ ਅੰਦਰ ਪ੍ਰਧਾਨ ਮੰਤਰੀ ਨੂੰ ਖੜਾ ਕਰਨਾ ਹੀ ਕਰਨਾ। ਉਹ ਛੁਪ ਕੇ ਬੈਠ ਨਹੀਂ ਸਕਦੇ। ਦੂਜੀ ਗੱਲ ਮਾੜੀ ਖਬਰ ਇੱਕ ਹੋਰ ਆਈ ਹੈ। ਪਹਿਲੀਆਂ ਬੱਚੀਆਂ ਤੇ ਆਪਾਂ ਦੇਖੀਆਂ ਜਿਵੇਂ ਉਹਨਾਂ ਨੂੰ ਨਿਰਵਸਤਰ ਕਰਕੇ ਤੇ ਸਾਰਾ ਪਰੇਡ ਕੀਤਾ ਉਹਨਾਂ ਨਾਲ ਜੋ ਬੁਰਾ ਵਿਹਾਰ ਉਹ ਤੇ ਬਾਰ-ਬਾਰ ਕਹਿਣ ਨੂੰ ਵੀ ਸੋਚਣ ਨੂੰ ਵੀ ਚੀਜ਼ ਨਹੀਂ ਕਰਦਾ। ਇਨ ਦੀ ਮੀਨਵਾਈਲ ਜੋ ਸਾਡੀਆਂ ਪਹਿਲਾਂ ਉੱਥੇ ਡਿਫੈਂਸ ਫੋਰਸਿਸ ਪੈਰਾਮਿਲਟਰੀ ਫੋਰਸਿਸ ਕਰਦੀਆਂ ਰਹੀਆਂ ਉਹ ਫੇਰ ਸ਼ੁਰੂ ਕਰਤਾ। ਇੱਕ ਖਾਸ ਐਨ ਕਲੀਅਰਲੀ ਇਹ ਦਿਖ ਰਿਹਾ ਕਿ ਕੋਈ ਮਣੀਪੁਰੀ ਔਰਤ ਆ ਔਰ ਪਿੱਛੋਂ ਇੱਕ ਕੋਈ ਜਿਹੜੇ BSF ਦਾ ਜਵਾਨ ਆ ਹੈ ਉਹਨੂੰ ਕੀ ਕਹੋ ਉਹਨੂੰ ਸਸਪੈਂਡ ਤੇ ਕਰੇ ਦਿੱਤਾ ਉਸੇ ਵੇਲੇ। ਉਹ SHO ਜਾਂ ਕੋਈ ਇਸ ਲੈਵਲ ਦਾ ਬੰਦਾ ਸੀਗਾ ਤਾਂ ਉਹਦੇ ਕੋਲ ਗਨ ਵਗੈਰਾ ਸਾਰਾ ਪੂਰਾ ਯੂਨੀਫਾਰਮ 'ਚ ਦਿਖਦਾ ਆ ਫੋਟੋ 'ਚ ਉਹ ਜਿਹੜੀ ਕਿ CCTV ਕੈਮਰੇ 'ਚ ਕੈਦ ਹੋਈ ਤੇ ਉਸ ਨੂੰ ਹੱਥ ਪਾ ਲੈਂਦਾ ਮੋਲਿਸਟ ਕਰਦਾ। ਉਸ ਕਰਕੇ ਯਾਨੀ ਕਿੱਥੇ ਲੋਕਾਂ ਨੂੰ ਕੋਈ ਡਰੇ ਹੀ ਨਹੀਂ ਹੈਗਾ ਕਿਸੇ ਕਿਸਮ ਦਾ। ਸਾਰਾ ਦੇਸ਼ ਜਿਹੜਾ ਇਸ ਗੱਲ ਦੀ ਨਮੋਸ਼ੀ 'ਚ ਆ ਸਾਰੀ ਦੁਨੀਆ 'ਚ ਥੂ ਹੋ ਰਹੀ ਹੈ। ਇਹ ਬੰਦਿਆਂ ਨੂੰ ਕੀ ਸੋਚਦਾ ਇਹ ਦੂਜਿਆਂ ਨੂੰ ਆਦੀਵਾਸੀਆਂ ਨੂੰ ਉੱਥੇ ਲੋਕਾਂ ਨੂੰ ਜਿਹੜੇ ਮਾਰਜਨ ਤੇ ਹੈ ਬੰਦੇ ਸਮਝਦੇ ਕਿ ਨਹੀਂ ਸਮਝਦੇ। ਤੁਹਾਨੂੰ ਯਾਦ ਆਇਆ ਕਿ ਜਿਹੜੀਆਂ ਉਹ ਬਿਲਕੁਲ ਜੀ ਔਰਤਾਂ ਨੇ ਕੱਪੜੇ ਉਤਾਰ ਕੇ ਉਦੋਂ ਇਹਨਾਂ ਨੂੰ ਕਿਹਾ ਸੀ ਫੌਜੀਆਂ ਅਸਮ ਰਾਈਫਲ ਦੇ ਸਾਹਮਣੇ ਬਾਹਰ ਚਲੇ ਗਏ ਸੀ ਇੰਡੀਅਨ ਆਰਮੀ ਰੇਪ ਪਾਸ ਉਹਨਾਂ ਨੇ ਹਾਂ ਬਿਲਕੁਲ ਕਿਹਾ ਸੀਗਾ। ਯਾਨੀ ਆਪਣੇ ਪੂਰੇ ਕੱਪੜੇ ਉਤਾਰ ਕੇ ਔਰਤਾਂ ਨੇ ਕਿਹਾ ਕਿੱਡੀ ਹਿੰਮਤ ਵਾਲੀ ਗੱਲ। ਸਾਡੇ ਇਹਨਾਂ ਫੌਜੀਆਂ ਨੂੰ ਵੀ ਜਾਂ ਜਿਹੜੇ ਵੀ ਫੌਜੀ ਨਹੀਂ ਪੈਰਾਮਿਲਟਰੀ ਫੋਰਸਿਸ ਆ ਫੌਜੀ ਨਹੀਂ ਹੈਗੇ ਉਹ ਜਾਣੀ ਜਿਸ ਤਰ੍ਹਾਂ BSF ਜਾਂ ਹੋਰ ਕਿਸੇ ਰਿਜ਼ਰਵ ਫੋਰਸਿਸ ਹੈਗੀਆਂ ਉਹਨਾਂ ਨੂੰ ਵੀ ਸਮਝ ਲੈਣਾ ਚਾਹੀਦਾ। ਤੇ ਬਾਕੀ ਜਿੱਥੇ ਮੇਨਲੈਂਡ ਹਿੰਦੂ ਕਲਚਰ ਵਾਲੇ ਲੋਕ ਆ ਜਿੱਥੇ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਹੈ ਇਹ ਸਮਝ ਲੈਣਾ ਚਾਹੀਦਾ ਕਿ ਜਿੱਥੇ ਜਿੱਥੇ ਆਦੀਵਾਸੀ ਹੈਗੇ ਉੱਥੇ ਔਰਤ ਕਈ ਜਗ੍ਹਾ ਤੇ ਮਰਦਾਂ ਨਾਲੋਂ ਜ਼ਿਆਦਾ ਪ੍ਰਬਲ ਜ਼ਿਆਦਾ ਸਸ਼ਕਤ ਜ਼ਿਆਦਾ ਹਿੰਮਤ ਵਾਲੀ ਜ਼ਿਆਦਾ ਲੜਾਕੂ ਹੈ। ਮੈਂ ਬਿਰਸਾ ਮੁੰਡਾ ਦੀ ਮੂਵਮੈਂਟ ਦੇ ਵਿੱਚ ਔਰਤਾਂ ਦੀ ਕਿੰਨੀ ਅਹਿਮੀਅਤ ਸੀ ਕਿੰਨੀ ਵੱਡਾ ਰੋਲ ਸੀਗਾ। ਮੈਂ ਤੁਹਾਨੂੰ ਇਹ ਵੀ ਦੱਸ ਦਿਆਂ
ਕਿ ਮਣੀਪੁਰ ਦੇ ਇੰਫਾਲ ਦੇ ਵਿੱਚ ਮੈਂ ਜਾ ਕੇ ਆਇਆ ਉਸ ਮਾਰਕੀਟ ਦੇ ਵਿੱਚ, ਇੱਕ ਮਾਰਕੀਟ ਹੈਗੀ ਜਿਹੜੀ ਐਕਸਕਲੂਸਿਵਲੀ ਔਰਤਾਂ ਦੀ ਮਾਰਕੀਟ ਆ। ਬਿਲਕੁਲ ਜੀ। ਉੱਥੇ ਔਰਤਾਂ ਹੀ ਵੇਚਦੀਆਂ, ਔਰਤਾਂ ਹੀ ਕੰਮ ਕਰਦੀਆਂ। ਕਿੰਨੀ ਉਹਨਾਂ ਦੀ ਲਿਬਰਟੀ ਹੋਊਗੀ, ਕਿੰਨੀਆਂ ਹਿੰਮਤ ਵਾਲੀਆਂ ਹੋਣਗੀਆਂ। ਤੁਹਾਨੂੰ ਪਤਾ ਹੋਊ ਵੀ 1,500 ਔਰਤਾਂ ਨੇ ਇਕੱਠੇ ਹੋ ਕੇ ਫੌਜੀਆਂ ਤੋਂ, ਪੈਰਾਮਿਲਟਰੀ ਫੋਰਸਿਸ ਦੇ ਉੱਤੋਂ ਆਪਣੇ 12 ਬੰਦੇ ਜਿਨ੍ਹਾਂ ਨੂੰ ਫੜ ਕੇ ਲਿਜਾ ਰਹੇ ਸੀ, ਪਤਾ ਨਹੀਂ ਕੀ ਕੇਸ ਬਣਾਉਣੇ, ਛਡਾ ਲਏ, ਕਹਿੰਦੇ ਖਬਰਦਾਰ ਸਾਨੂੰ ਗੋਲੀਆਂ ਮਾਰ ਕੇ ਜਾਓਗੇ। ਇਹ ਇੰਨੀ ਉੱਥੋਂ ਸਿੱਖਣ ਵਾਲੀ ਆ ਔਰਤਾਂ ਦੀ ਆਜ਼ਾਦੀ, ਔਰਤਾਂ ਦੀ ਜਿਹੜੀ ਸੈਲਫ ਰਿਸਪੈਕਟ ਤੇ ਔਰਤਾਂ ਦੀ ਬਹਾਦਰੀ, ਤੇ ਉਹਨਾਂ ਦਾ ਜਿਹੜਾ ਇੱਕ ਰੀਅਲ ਕਰੈਕਟਰ ਆਦਮੀਆਂ ਨਾਲੋਂ ਕਿਵੇਂ ਜ਼ਿਆਦਾ ਸੁੱਚਾ ਤੇ ਉੱਚਾ ਹੈਗਾ। ਮੈਂ ਕੋਈ ਕੰਪੇਅਰ ਕਰਕੇ ਕਿਸੇ ਨੂੰ ਡਾਊਨ ਨਹੀਂ ਕਰਨਾ ਚਾਹੁੰਦਾ, ਵੀ ਉਹਨਾਂ 'ਚ ਕੋਈ ਕਮੀ ਜਿਹੜੀ ਦੇਖਦੇ, ਕੋਈ ਕਮੀ ਨਹੀਂ ਹੁੰਦੀ। ਜੇ ਜਾਣਾ ਹੋਵੇ, ਜੇ ਔਰਤਾਂ ਦਾ ਰੀਅਲ ਇੱਕ ਜਲਾਓ ਦੇਖਣਾ ਹੋਵੇ ਤਾਂ ਉਹ ਨਾਰਥ ਈਸਟ ਵਿੱਚ ਮੈਂ ਤੇ 2 ਸਾਲ ਦੇਖਿਆ ਉੱਥੇ ਰਹਿ ਕੇ। ਲੋਕਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ, ਫੌਜੀਆਂ ਨੂੰ ਵੀ ਸਮਝ ਲੈਣਾ ਚਾਹੀਦਾ, ਮਤ ਕਰੋ ਇਹ, ਨਹੀਂ ਤੇ ਉਹ ਤੁਹਾਨੂੰ ਲੋਹੇ ਦੇ ਚਨੇ ਚਬਾ ਦੇਣਗੇ। ਜੀ ਪ੍ਰੋਫੈਸਰ ਸਾਹਿਬ, ਇੱਕ ਹੋਰ ਬੜੀ ਇੰਪੋਰਟੈਂਟ ਗੱਲ ਆ, ਜਿਵੇਂ ਦੇਖਿਆ ਕਿ 47 ਤੋਂ ਬਾਅਦ ਇੱਕ ਲਾਈਨ ਖਿੱਚੀ ਗਈ ਸੀ ਪਾਕਿਸਤਾਨ ਤੇ ਇੰਡੀਆ ਦੇ ਵਿਚਕਾਰ, ਤੇ ਉਧਰ ਬੰਗਲਾਦੇਸ਼ ਦੇ ਵਿੱਚ ਖਿੱਚੀ ਗਈ ਸੀ, ਤੇ ਉਹਨਾਂ ਦੇ ਨਾਲ ਲੋਕਾਂ ਨੂੰ ਇਹਨਾਂ ਨੇ ਫਿਜ਼ੀਕਲੀ ਤਾਂ ਅਲੱਗ ਕਰ ਦਿੱਤਾ ਸੀ, ਪਰ ਉਹਨਾਂ ਦੀ ਆਤਮਾਵਾਂ ਨੂੰ ਅਲੱਗ ਨਹੀਂ ਕਰ ਸਕੀ। ਆਪਾਂ ਮੌਜੂਦਾ ਦੇਖਿਆ ਕਿ ਪਾਕਿਸਤਾਨ ਤੋਂ ਇੱਕ ਕੁੜੀ ਚੱਲ ਕੇ ਆਈ ਆ ਜਿਹਦਾ ਨਾਮ ਸੀਮਾ ਹੈਦਰ ਹੈਗਾ, ਤੇ ਸਾਡੇ ਇੱਧਰੋਂ ਵੀ ਇੱਕ ਕੁੜੀ ਗਈ ਆ ਜਿਹਨੇ ਉੱਧਰ ਜਾ ਕੇ ਆਪਣਾ ਨਾਮ ਫਾਤਿਮਾ ਰੱਖ ਕੇ ਉਹਨੇ ਵਿਆਹ ਕਰਵਾਇਆ। ਤੇ ਇਸ ਤੋਂ ਪਹਿਲਾਂ ਸਾਨੀਆ ਮਿਰਜ਼ਾ ਵੀ ਹੈਗੀ ਸੀ, ਉਹਨੇ ਵੀ ਮੈਰਿਜ ਕਰਵਾਈ ਸੀ। ਹੋਰ ਵੀ ਆਪਾਂ ਨੇ ਕਿੰਨੇ ਕੇਸ ਦੇਖੇ ਨੇ। ਤੇ ਪਰ ਦੂਸਰੇ ਪਾਸੇ ਜਿਹੜੀ ਤਰਾਸ਼ਦੀ ਹੈਗੀ ਆ, ਉਹ ਜਿਹੜੀ ਸਾਡੀ ਸਰਕਾਰ ਆ ਜਾਂ ਸਾਡੇ ਇੱਥੋਂ ਦੇ ਲੋਕ ਨੇ, ਹਿੰਦੂਤਵਵਾਦੀ ਨੇ, ਉਹਨਾਂ ਨੇ ਸੀਮਾ ਹੈਦਰ ਦੇ ਖਿਲਾਫ ਇੱਕ ਕੰਪੇਨ ਚਲਾਈ ਆ ਕਿ ਉਹ ਏਜੰਟ ਹੈਗੀ ਆ ਪਾਕਿਸਤਾਨ ਦੀ, ਜਦ ਕਿ ਇਹ ਜਿਹੜੀਆਂ ਪਿਆਰ ਮੁਹੱਬਤ ਵਾਲੀਆਂ ਪਹਿਲਾਂ ਵੀ ਸਟੋਰੀਆਂ ਹੁੰਦੀਆਂ ਰਹੀਆਂ ਨੇ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਦੇ ਕਾਰਨ, ਜਾਂ ਫਿਰ ਗੇਮਾਂ ਦੇ ਥਰੂ ਹੁੰਦੀਆਂ ਰਹੀਆਂ ਨੇ। ਤੇ ਜਾਂ ਫਿਰ ਕਈ ਲੋਕ ਇਹ ਵੀ ਨੇ ਜਿਹੜੇ ਇੱਥੋਂ ਜਾ ਕੇ ਉੱਧਰਲੇ ਲੋਕ ਤੇ ਇੱਧਰਲੇ ਲੋਕ ਜਦੋਂ ਬਾਹਰ ਜਾਂਦੇ ਨੇ, ਕਿਸੇ ਯੂਰਪੀਅਨ ਕੰਟਰੀ 'ਚ ਜਾਂਦੇ ਨੇ ਜਾਂ ਫਿਰ ਕੈਨੇਡਾ ਵਗੈਰਾ ਅਮਰੀਕਾ ਜਾਂਦੇ ਨੇ, ਉੱਥੇ ਜਾ ਕੇ ਵੀ ਉਹ ਵਿਆਹ ਕਰਾਉਂਦੇ ਰਹੇ ਨੇ। ਉਹਨਾਂ ਦੇ ਹੋਰ ਵੀ ਰਿਲੇਸ਼ਨ ਜਿਹੜੇ ਨੇ, ਆਪਸੀ ਬਿਜ਼ਨਸ ਵਾਲੇ ਰਿਲੇਸ਼ਨ ਵੀ ਬਣਦੇ ਰਹੇ ਨੇ। ਪ੍ਰੋਫੈਸਰ ਸਾਹਿਬ, ਜਿਹੜਾ ਹੁਣ ਮੌਜੂਦਾ ਹਾਲਾਤ ਨੇ, ਜਿਵੇਂ ਸੀਮਾ ਹੈਦਰ ਬਾਰੇ, ਹਿੱਦਾ ਹੈਦਰ ਵਾਲੇ ਨੇ, ਜਾਂ ਫਿਰ ਦੂਸਰੇ ਸਾਨੀਆ ਮਿਰਜ਼ਾ ਵਾਲੇ, ਉਦੋਂ ਵੀ ਲੋਕਾਂ ਨੇ ਬੜੀਆਂ ਇਹਨਾਂ ਨੂੰ ਐਂਟੀ ਜਿਹੜੇ ਉਹ ਹੈਗੇ ਸੀ, ਦੇਸ਼ ਧਰੋਹੀ ਕਹਿ ਕੇ ਇਹਨਾਂ ਨੂੰ ਜਿਹੜਾ ਕਿ ਕਿਹਾ ਸੀ। ਤੇ ਕਿੱਥੋਂ ਤੱਕ ਜਿਹੜੇ ਜਾਇਜ਼ ਨੇ ਜਾਂ ਕਿਵੇਂ ਦੇ ਹੋਣੇ ਚਾਹੀਦੇ ਨੇ? ਜਿਨ੍ਹਾਂ ਲੋਕਾਂ ਦੀ ਰਾਜਨੀਤੀ ਨਫ਼ਰਤ ਦੇ ਨਾਲ, ਲੋਕਾਂ 'ਚ ਵੈਰ ਪਾ ਕੇ, ਲੋਕਾਂ 'ਚ ਈਰਸ਼ਾ ਪਾ ਕੇ, ਲੋਕਾਂ ਨੂੰ ਤੋੜ ਕੇ, ਕਮਜ਼ੋਰ ਕਰਕੇ, ਆਪਸ ਵਿੱਚ ਲੜਾਈਆਂ ਕਰਕੇ, ਦੰਗੇ ਫਸਾਦ ਕਰਕੇ, ਜਿਨ੍ਹਾਂ ਦੀ ਰਾਜਨੀਤੀ ਉਹਦੇ 'ਤੇ ਪਨਪਣੀ ਆ, ਉਹਨਾਂ ਲਈ ਤੇ ਬਹੁਤ ਮਾੜੀ ਖਬਰ ਆ। ਸਾਡੇ ਵਰਗੇ ਲੋਕ ਜਿਹੜੇ ਅਸੀਂ ਸੋਚਦੇ ਹਾਂ ਕਿ ਇਹ ਧਰਤੀ ਇੱਕੋ ਹੀ ਹੈ ਜੀ, ਔਰ ਧਰਤੀ ਅਲੱਗ ਨਹੀਂ, ਬਾਕੀ ਸਾਰਾ ਬ੍ਰਹਿਮੰਡ ਜਿਹੜਾ ਉਹਦੀ ਇੱਕ ਹਿੱਸਾ ਆ, ਔਰ ਬ੍ਰਹਿਮੰਡ ਦੇ ਮੁਕਾਬਲੇ ਧਰਤੀ ਇੱਕ ਰੇਤ ਦੇ ਕਿਣਕੇ ਜਿੱਡੀ ਹੈ, ਔਰ ਉਹਦੇ 'ਚ ਇਕੱਲੇ ਇਨਸਾਨ 800 ਕਰੋੜ ਹੈਗੇ, ਬਾਕੀ ਤੇ ਤੁਸੀਂ ਚੀਜ਼ਾਂ ਨੂੰ ਗਿਣ ਹੀ ਨਹੀਂ ਸਕਦੇ, ਹੈ ਨਾ। ਇਹਦੇ ਬਾਰੇ ਤੇ ਗੁਰਬਾਣੀ 'ਚ ਵੀ ਲਿਖਿਆ ਹੈ ਨਾ। ਇਸ ਲਈ ਆਪਾਂ ਕਿਹੜੀਆਂ ਗੱਲਾਂ ਦੇ ਉੱਤੇ ਕੰਡਿਆਂ ਵਾਲੀਆਂ ਤਾਰਾਂ ਲਾ ਕੇ, ਬਾਰਡਰਾਂ ਦੇ ਉੱਤੇ ਫੋਰਸ ਬਿਠਾ ਕੇ, ਵੀਜ਼ੇ ਬਣਾ ਕੇ ਉੱਥੇ ਜਾਣ ਦੇਣਾ, ਉੱਥੇ ਨਹੀਂ ਜਾਣ ਦੇਣਾ। ਹਵਾ ਰੁਕਦੀ ਆ ਜੀ, ਪਾਣੀ ਰੁਕਦਾ, ਮਾਈਗ੍ਰੇਟਰੀ ਬਰਡ ਰੁਕਦੇ ਆ ਆਪਣੀ ਮਰਜ਼ੀ ਨਾਲ। ਸਾਡੇ ਨਾਲ ਤੇ ਉਹੋ ਹੀ ਚੰਗੇ ਆ। ਮੈਨੂੰ ਤਾਂ ਕਈ ਵਾਰੀ ਬੜੀ ਈਰਸ਼ਾ ਹੁੰਦੀ ਆ ਵੀ ਕੂੰਜਾਂ ਕਿੰਨੀਆਂ ਉਹ ਸਾਈਬੇਰੀਆ ਵੀ ਚਲੇ ਜਾਂਦੀਆਂ, ਕੋਈ ਵੀਜ਼ਾ ਨਹੀਂ ਲੈਣਾ ਪੈਂਦਾ, ਇੱਥੇ ਵੀ ਆ ਜਾਂਦੀਆਂ, ਕਿਤੇ ਗਾਂ ਜਿੱਥੇ ਮਰਜ਼ੀ। ਇਸ ਤਰ੍ਹਾਂ ਹੀ ਸਮੁੰਦਰ ਦੀਆਂ ਮੱਛੀਆਂ ਸਾਡੇ ਨਾਲ ਤੇ ਉਹੀ ਫਰੀ ਹੈਗੀਆਂ, ਕੋਈ ਉਹਦੇ 'ਚ ਲੀਕ ਨਹੀਂ ਖਿੱਚੀ ਹੋਈ ਕਿ ਤੂੰ ਫਲਾਣੇ ਦੇਸ਼ 'ਚ ਜਾਣਾ ਨਹੀਂ ਪੈਣੇ, ਉੱਥੇ ਦੇਖੀ ਰਾਹ ਦੇ ਵਿੱਚ ਤੈਨੂੰ ਫੜ ਕੇ ਮਾਰ ਨਾ ਦੇਣ। ਆਪਣੇ ਜਿਸ ਤਰ੍ਹਾਂ ਕੁਦਰਤ ਦੇ ਨਿਯਮ, ਆਦਮੀ ਨੇ ਇਨਸਾਨੀਅਤ ਦੇ ਨਾਂ, ਆਦਮੀ ਨੇ ਵਿਕਾਸ ਦੇ ਨਾਂ 'ਤੇ, ਸਿਵਲਾਈਜੇਸ਼ਨ ਦੇ ਨਾਂ ਦੇ ਉੱਤੇ ਇਹਨਾਂ ਧਰਤੀ ਦੇ ਉੱਤੇ ਕੋਹਰਾਮ ਮਚਾਤਾ, ਇੰਨੀਆਂ ਵੰਡੀਆਂ ਪਾਤੀਆਂ, ਇੰਨੀਆਂ ਇਨਸਾਨਾਂ ਦੇ ਵਿੱਚ ਆਪਸੀ ਦਿਮਾਗ ਖਰਾਬੀ ਕਰ ਦਿੱਤੀ ਹੈ ਕਿ ਤੁਸੀਂ ਜੇ ਇਹਦਾ ਅਸਲੀ ਨਜ਼ਾਰਾ ਦੇਖਣਾ ਹੋਵੇ, ਜਦੋਂ ਦੀ ਇਹ ਬੀਜੇਪੀ ਸਰਕਾਰ ਆਈ ਉਦੋਂ ਤੋਂ ਇਹ ਜ਼ਿਆਦਾ ਹੋ ਗਿਆ। ਜਦੋਂ ਝੰਡੇ ਦਾ ਉਤਾਰਾ ਹੁੰਦਾ ਹੈ ਤੇ ਚੜਾ ਹੁੰਦਾ ਵਾ ਬਾਘਾ ਬਾਰਡਰ ਦੇ ਉੱਤੇ, ਰੋਜ਼ ਸ਼ਾਮ ਨੂੰ ਪਰੇਡ ਹੁੰਦੀ ਹੈ, ਤੇ ਉਹ ਜਿਹੜਾ ਟਰਾਈ ਕਲਰ ਲੋਰਿੰਗ ਕੀਤਾ ਜਾਂਦਾ, ਉੱਥੇ ਪਰੇਡ ਥੋੜ੍ਹੀ ਜਿਹੀ ਹੁੰਦੀ ਹੈ ਨਾ, ਕਲੋਜ਼ਿੰਗ ਸੈਰੇਮਨੀ ਜਿਹਨੂੰ ਕਹਿੰਦੇ ਆ। ਉੱਥੇ ਜੋ ਗੰਦੇ ਤੋਂ ਗੰਦੇ ਨਾਰੇ, ਨਫ਼ਰਤੀ ਨਾਰੇ, ਐਂਟੀ ਪਾਕਿਸਤਾਨ ਉਧਰੋਂ ਵੀ ਲੱਗਦੇ ਹੋਣਗੇ, ਜ਼ਰੂਰ ਸੁਣਦੇ ਨਹੀਂ ਆ ਕਈ ਵਾਰੀ, ਉਹ ਐਂਟੀ ਇੰਡੀਆ ਵੀ ਉਧਰੋਂ ਲੱਗਦੇ ਹੋਣਗੇ, ਉਧਰ ਦੇ ਕੱਟੜਪੰਥੀ, ਯਾਨੀ ਇੱਕ ਦੂਜੇ ਨੂੰ ਦੋਵੇਂ ਸਪੋਰਟ ਕਰਨਗੇ ਤਾਂ ਹੀ ਤੇ ਤਕੜੇ ਹੋਣਗੇ। ਪਰ ਕੀ ਆ, ਸਾਡੇ ਹੀ ਬੰਦੇ ਆ, ਉਹ ਵੀ ਬੰਦੇ ਆ, ਅੱਗੇ ਵੀ ਚਲੇ ਜਾਓ। ਸਾਡਾ ਪੰਜਾਬੀਆਂ ਦਾ ਤੇ ਭਾਈ ਬਿਲਕੁਲ ਹੀ ਇਸ ਪਾਸੇ ਨੂੰ
ਸਾਡਾ ਸੱਭਿਆਚਾਰ, ਸਾਡੀ ਸੋਚ, ਸਾਡਾ ਆਰਕੀਟੈਕਚਰ, ਸਾਡਾ ਖਾਣ ਪੀਣ ਦਾ ਢੰਗ, ਉਹ ਵੀ ਰੋਟੀਆਂ ਖਾਂਦੇ, ਅਸੀਂ ਵੀ ਰੋਟੀਆਂ ਖਾਂਦੇ, ਅਸੀਂ ਚੌਲ ਤੇ ਖਾਂਦੇ ਨਹੀਂ। ਜੋ ਲੈ ਲਓ, ਸਾਡਾ ਸਾਂਝ ਜਿਹੜੀ ਆ ਇੱਧਰ ਨੂੰ ਨਹੀਂ ਹੈਗੀ, ਈਸਟ ਵੱਲ ਨੂੰ। ਸਾਡੀ ਸਾਂਝ ਜਿਹੜੀ ਹੈ ਉਹ ਪਾਕਿਸਤਾਨ, ਅਫਗਾਨਿਸਤਾਨ, ਈਰਾਨ, ਇਰਾਕ, ਫਿਰ ਸੈਂਟਰਲ ਏਸ਼ੀਅਨ ਕੰਟਰੀ, ਤਾਜਿਕਸਤਾਨ, ਕਿਰਗਿਸਤਾਨ, ਇੱਧਰ ਨੂੰ ਆ ਸਾਡੀ ਸਾਰੀ ਸਾਂਝ ਹਿਸਟੋਰੀਕਲੀ। ਤੇ ਇਹ ਜੇ ਸਾਡੇ ਬੰਦੇ ਉੱਧਰੋਂ ਇੱਧਰ ਆਉਂਦੀਆਂ, ਬੱਚੀਆਂ ਪਿਆਰ ਖਾਤਰ ਇੱਧਰ ਆਉਂਦੀਆਂ, ਇੱਧਰੋਂ ਉੱਧਰ ਜਾਂਦੀਆਂ, ਮੈਨੂੰ ਤਾਂ ਲੱਗਦਾ ਕਿ ਸਗੋਂ ਬਾਰਡਰ ਖੋਲ੍ਹ ਦਿਓ, ਪਾਕਿਸਤਾਨ ਇੱਥੇ ਨਹੀਂ ਆਉਣ ਵਾਲਾ। ਬਿਲਕੁਲ ਜੀ। ਹੁਣ ਨੇਪਾਲ ਦਾ ਕੋਈ ਵੀਜ਼ਾ ਚਾਹੀਦਾ ਨਹੀਂ ਨਾ, ਬਾਰਡਰ ਖੁੱਲ੍ਹਾ ਹੀ ਆ ਨਾ। ਬਿਲਕੁਲ ਜੀ। ਮੈਂ ਤਾਂ ਡੰਗਰ ਚਾਰਨ ਜਾਂਦਾ ਨੇਪਾਲ, ਸਾਡਾ ਬਿਲਕੁਲ ਬਾਰਡਰ ਦੇ ਉੱਤੇ ਆ ਘਰ, ਜਿਹੜੀ ਜ਼ਮੀਨ ਆ ਯੂਪੀ 'ਚ ਬਾਰਡਰ ਦੇ ਉੱਤੇ ਆ। ਤੇ ਉਧਰੋਂ ਲੇਬਰ ਰੋਜ਼ ਆਉਂਦੀ ਆ, ਉਹ ਲੇਬਰ ਆਪਣੇ ਘਰ ਨੇਪਾਲ ਚਲੇ ਜਾਂਦੀ ਸ਼ਾਮ ਨੂੰ ਸਾਡੇ ਫਾਰਮਾਂ 'ਤੇ ਕੰਮ ਕਰਕੇ। ਕਹਿਣ ਦਾ ਮਤਲਬ ਮੇਰਾ ਇਹ ਹੈਗਾ ਕਿ ਜੇ ਤੁਸੀਂ ਬਾਰਡਰ ਖੋਲ੍ਹਦੇ, ਕਿਉਂਕਿ ਲੋਕ ਉੱਥੋਂ ਸਾਰੇ ਭੱਜ ਕੇ ਇੱਥੇ ਨਹੀਂ ਆ ਜਾਣੇ, ਤੇ ਇੱਥੇ ਦੇ ਭੱਜ ਕੇ ਉੱਥੇ ਨਹੀਂ ਚਲੇ ਜਾਣੇ। ਹੁਣ ਆਪਾਂ ਦੇਸ਼ ਦੇ ਅੰਦਰ, ਤੇ ਇੱਥੇ ਤੇ ਕੋਈ ਵੀਜ਼ਾ ਨਹੀਂ ਹੈਗਾ, ਤਾਮਿਲਨਾਡੂ ਵਾਲੇ ਇੱਥੇ ਆ ਕੇ ਬੈਠ ਜਾਂਦੇ ਆ, ਜਾਂ ਪੰਜਾਬੀ ਤਾਮਿਲਨਾਡੂ ਚਲੇ ਜਾਂਦੇ, ਜਿਹਨੂੰ ਲੋੜ ਹੈ ਉਹ ਜਾਣਾ ਚਲੇ ਜਾਂਦਾ। ਤੇ ਜਿਹਨੂੰ ਜਿਹੜਾ ਚਲੇ ਜਾਂਦਾ ਉਹਨੂੰ ਜਾਣਾ ਵੀ ਚਾਹੀਦਾ, ਕਿਉਂਕਿ ਉਹਨੂੰ ਉੱਥੇ ਉਹਨਾਂ ਦਾ ਅਧਿਕਾਰ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਇਹ ਜਿਹੜੀ ਲੋਕਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਪਿਆਰ, ਸਦਭਾਵਨਾ, ਇਹ ਰੱਬੋਂ ਦਿੱਤੀ ਦਾਤ ਹੈਗੀ ਆ, ਰੱਬ ਦੀ ਨਿਆਮਤ ਹੈਗੀ, ਇਸ ਦਾ ਸਤਿਕਾਰ ਕਰਨਾ ਚਾਹੀਦਾ। ਔਰ ਸਾਨੂੰ ਹਰ ਗੱਲ ਨੂੰ ਰਾਜਨੀਤਿਕ ਰੰਗਤ ਨਹੀਂ ਦੇਣੀ ਚਾਹੀਦੀ। ਮੇਰਾ ਤਾਂ ਖਿਆਲ ਹੈ ਕਿ ਭਾਵੇਂ ਉਹ ਸੀਮਾ ਨਾ ਜਿਹੜੀ ਅੰਜੂ ਹੈ ਹੁਣੇ ਜਿਹੜੀ ਪਾਕਿਸਤਾਨ ਗਈ 2 ਬੱਚਿਆਂ ਦੇ ਨਾਲ, ਤੇ ਉਹ ਵੀ ਕੋਈ ਫੇਸਬੁੱਕ ਦੇ ਸੋਸ਼ਲ ਮੀਡੀਆ ਰਾਹੀਂ ਸੀ, ਉਹ ਉੱਥੇ ਫਾਤਿਮਾ ਬਣ ਕੇ ਸੱਜ ਕੇ, ਤੇ ਪਹਿਲਾਂ ਉਹਨਾਂ ਨੇ ਬਕਾਇਦਾ ਖੁਸ਼ ਨਜ਼ਰ ਵੈਲੀਆਂ 'ਚ ਆ ਰਹੇ। ਹੁਣ ਤੇ ਗਾਂਹ ਜਦੋਂ ਪਤਾ ਲੱਗੂ, ਜਦੋਂ ਥੋੜ੍ਹੀ ਦੇਰ ਰਹਿਣਗੇ ਵੀ ਉਸ ਤਰ੍ਹਾਂ ਹੀ ਅੱਜ ਦੀ ਡੇਟ ਵਾਂਗੂ ਖੁਸ਼ ਰਹਿੰਦੇ ਆ, ਵਿਆਹ ਦੇ ਇੱਕ ਆਪਣਾ ਹੁੰਦਾ, ਉਹ ਤੇ ਬਾਅਦ 'ਚ ਦੇਖਣ ਦੀ ਗੱਲ ਆ, ਪਰ ਅੱਜ ਦੀ ਡੇਟ 'ਤੇ ਉਹ 7ਵੇਂ ਸਮਾਨ 'ਤੇ ਆ। ਇਸੇ ਤਰ੍ਹਾਂ ਉਹ ਲੜਕੀ 4 ਬੱਚੇ ਲੈ ਕੇ ਕਿਸ ਤਰ੍ਹਾਂ ਭੱਜ ਭਜਾ ਕੇ ਕਿੱਧਰ ਦੀ ਭੱਜੀ ਭਜਾਉਂਦੀ ਇੱਥੇ ਆਈ, ਜਿਹਨੂੰ ਤੁਸੀਂ ਕਹਿੰਦੇ ਆ ਸੀਮਾ ਹੈਦਰ, ਤੇ ਇੱਥੇ ਆ ਕੇ ਬੱਚੇ ਵੀ 4 ਲੈ ਕੇ ਆਈ। ਉਹਨੂੰ ਇਸ ਤਰੀਕੇ ਦਾ ਬੁਰਾ ਭਲਾ ਕਹਿਣਾ ਮਾੜੀ ਗੱਲ ਆ। ਨਿਗਾਹ ਰੱਖੋ, ਕੋਈ ਇਹੋ ਜਿਹਾ ਸਿਪਾਹੀ ਨਾ ਆ ਜਾਏ, ਨਿਗਾਹ ਰੱਖੋ, ਪਰ ਬਿਨਾਂ ਮਤਲਬ ਤੋਂ ਤੁਸੀਂ ਉਹਦੇ 'ਤੇ ਪੋਲਿਟਿਕਸ ਕਰੋ, ਇਹ ਕਿਸੇ ਵੀ ਤਰੀਕੇ ਨਾਲ ਇਹ ਸਾਡੇ ਦੇਸ਼ ਲਈ ਵੀ ਤੇ ਇਨਸਾਨੀਅਤ ਲਈ ਵੀ ਬੜੀ ਨਿਗਾਰ ਵਾਲੀ ਗੱਲ ਆ, ਮਾੜੀ ਗੱਲ ਆ। ਇਹ ਸਨ ਅੱਜ ਦੇ ਮੁੱਦੇ ਤੇ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਨਵੇਂ ਮੁੱਦੇ ਲੈ ਕੇ ਆਵਾਂਗੇ, ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ ਟੀਵੀ। ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।